ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪੀਪੀ ਨੌਲੇਜ ਵਿੱਚ। ਦੋਸਤੋ ਇੱਕ ਵਾਰੀ ਫੇਰ ਪੰਜਾਬ ਪੁਲਿਸ ਵਿੱਚ ਹੈੱਡ ਕਾਂਸਟੇਬਲ ਰੈਂਕ ਲਈ ਹੋਣ ਵਾਲੇ B1 ਐਗਜ਼ਾਮ ਦੇ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ। ਚੈਪਟਰ ਨੰਬਰ 18 ਗਾਰਦਾਂ ਅਤੇ ਐਸਕੌਰਟਾਂ ਬਾਰੇ ਹੈ। ਨਿਯਮ ਨੰਬਰ 18.1 ਵਿੱਚ ਸਟੈਂਡਿੰਗ ਗਾਰਦਾਂ ਬਾਰੇ ਦੱਸਿਆ ਗਿਆ ਹੈ ਕਿ ਖਜ਼ਾਨਿਆਂ, ਤਹਿਸੀਲਾਂ, ਮੈਜਿਸਟਰੀਅਲ ਹਵਾਲਾਤ ਜਾਂ ਹੋਰ ਮਨਜ਼ੂਰਸ਼ੁਦਾ ਸਥਾਈ ਗਾਰਦਾਂ 'ਤੇ ਤੈਨਾਤੀ ਪੁਲਿਸ ਲਾਈਨ ਤੋਂ ਕੀਤੀ ਜਾਵੇਗੀ ਅਤੇ ਉਹਨਾਂ ਦੇ ਬਦਲਣ ਦੀ ਮਿਆਦ SP ਰੈਂਕ ਦੇ ਅਫਸਰ ਵੱਲੋਂ ਨਿਸ਼ਚਿਤ ਕੀਤੀ ਜਾਵੇਗੀ। ਇਸ ਨਿਯਮ ਤਹਿਤ ਆਮ ਤੌਰ 'ਤੇ ਲਗਾਤਾਰ 3 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਬਿਨਾਂ ਬਦਲੇ ਕਿਸੇ ਮੁਲਾਜ਼ਮ ਨੂੰ ਸਟੈਂਡਿੰਗ ਗਾਰਦ 'ਤੇ ਤੈਨਾਤ ਨਹੀਂ ਕੀਤਾ ਜਾਵੇਗਾ ਅਤੇ ਇਹਨਾਂ ਗਾਰਦਾਂ 'ਤੇ ਤੈਨਾਤ ਮਨਜ਼ੂਰਸ਼ੁਦਾ ਨਫ਼ਰੀ ਫਾਰਮ ਨੰਬਰ 2.1 ਵਿੱਚ ਵਿਖਾਈ ਜਾਵੇਗੀ। PPR 18.2 ਵਿੱਚ ਸਟੈਂਡਿੰਗ ਗਾਰਦਾਂ 'ਤੇ ਸੁਪਰਵਿਜ਼ਨ ਬਾਰੇ ਦੱਸਿਆ ਗਿਆ ਹੈ। ਇਸ ਨਿਯਮ ਅਨੁਸਾਰ ਡਿਸਟ੍ਰਿਕਟ ਹੈੱਡਕੁਆਰਟਰ ਦੀ ਗਾਰਦ LO ਤੇ RI ਦੀ ਫੌਰੀ ਸੁਪਰਵਿਜ਼ਨ ਹੇਠ ਹੋਵੇਗੀ ਅਤੇ ਬਾਕੀ ਸਟੈਂਡਿੰਗ ਗਾਰਦਾਂ ਇਲਾਕੇ ਦੇ SHO ਦੀ ਫੌਰੀ ਸੁਪਰਵਿਜ਼ਨ ਹੇਠ ਹੋਣਗੀਆਂ। PPR ਨਿਯਮ 18.3 ਅਨੁਸਾਰ ਗਾਰਦਾਂ ਦੇ ਸਟੈਂਡਿੰਗ ਆਰਡਰ SP ਰੈਂਕ ਦੇ ਅਫਸਰ ਵੱਲੋਂ ਕੀਤੇ ਜਾਣਗੇ ਅਤੇ ਇਸ ਦੀ ਕਾਪੀ ਗਾਰਦ ਰੂਮ ਵਿੱਚ ਟੰਗੀ ਜਾਵੇਗੀ। PPR 18.4 ਵਿੱਚ ਗਾਰਦਾਂ ਦੀ ਇੰਸਪੈਕਸ਼ਨ ਬਾਰੇ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਸਪੈਸ਼ਲ ਹੁਕਮਾਂ ਰਾਹੀਂ ਅਜਿਹਾ ਕਰਨਾ ਅਵਿਵਹਾਰਿਕ ਨਾ ਬਣਾ ਦਿੱਤਾ ਗਿਆ ਹੋਵੇ ਤਾਂ ਬਾਕੀ ਹਾਲਾਤਾਂ ਵਿੱਚ ਡਿਸਟ੍ਰਿਕਟ ਹੈੱਡਕੁਆਰਟਰ ਦੀਆਂ ਸਾਰੀਆਂ ਗਾਰਦਾਂ ਨੂੰ GO ਰੈਂਕ ਦਾ ਅਫਸਰ ਹਫ਼ਤੇ ਵਿੱਚ ਇੱਕ ਵਾਰੀ ਦਿਨ ਅਤੇ ਇੱਕ ਵਾਰੀ ਰਾਤ ਨੂੰ 10 ਵਜੇ ਤੋਂ ਲੈ ਕੇ 4 ਵਜੇ ਦੌਰਾਨ ਚੈੱਕ ਕਰੇਗਾ ਅਤੇ RI ਇੱਕ ਵਾਰ ਦਿਨ ਸਮੇਂ ਅਤੇ 2 ਵਾਰ ਰਾਤ ਸਮੇਂ ਅਤੇ LO 2 ਵਾਰ ਦਿਨ ਸਮੇਂ ਅਤੇ 1 ਵਾਰ ਰਾਤ ਨੂੰ ਚੈੱਕ ਕਰੇਗਾ। ਇਸ ਦੇ ਸਟੈਂਡਿੰਗ ਆਰਡਰ ਹਰੇਕ ਡਿਸਟ੍ਰਿਕਟ ਵਿੱਚ ਬਣਾਏ ਜਾਣਗੇ ਅਤੇ DIG ਸਾਹਿਬ ਵੱਲੋਂ ਮਨਜ਼ੂਰ ਕੀਤੇ ਜਾਣਗੇ। ਇਸ ਤੋਂ ਇਲਾਵਾ SHO ਕਾਇਮ ਗਾਰਦਾਂ ਦੀ ਸਮੇਂ-ਸਮੇਂ 'ਤੇ ਇੰਸਪੈਕਸ਼ਨ ਕਰੇਗਾ। PPR 18.5 ਵਿੱਚ ਸਟੈਂਡਿੰਗ ਗਾਰਦਾਂ ਦੀ ਰੋਜ਼ ਦੀ ਕਾਰਵਾਈ ਬਾਰੇ ਦੱਸਿਆ ਗਿਆ ਹੈ। ਉਪ ਨਿਯਮ 1 ਅਨੁਸਾਰ ਸਾਰੀ ਗਾਰਦ ਸਵੇਰੇ ਸੂਰਜ ਚੜ੍ਹਦੇ ਹੀ ਵਰਦੀ ਵਿੱਚ ਹਥਿਆਰ ਲੈ ਕੇ ਫਾਲਣ ਹੋਵੇਗੀ ਅਤੇ ਗਾਰਦ ਦਾ ਕਮਾਂਡਿੰਗ ਅਫਸਰ ਉਸ ਦਾ ਚੰਗੀ ਤਰ੍ਹਾਂ ਨਿਰੀਖਣ ਕਰੇਗਾ। ਇਸ ਤੋਂ ਬਾਅਦ ਕਮਾਂਡਿੰਗ ਅਫਸਰ ਹਥਿਆਰ ਅਤੇ ਗੋਲੀ ਸਿੱਕੇ ਤੇ ਬਾਕੀ ਸਮਾਨ ਨੂੰ ਸਾਫ਼ ਕਰਨ ਅਤੇ ਚੁਸਤੀ ਨਾਲ ਤਿਆਰ ਹੋ ਕੇ ਆਉਣ ਲਈ ਗਾਰਦ ਨੂੰ ਡਿਸਮਿਸ ਕਰ ਦੇਵੇਗਾ। ਇਸ ਤੋਂ ਬਾਅਦ ਗਾਰਦ 45 ਮਿੰਟ ਬਾਅਦ ਫਾਲਣ ਹੋਵੇਗੀ। ਗਾਰਦ ਦੀ ਮੁੜ ਇੰਸਪੈਕਸ਼ਨ ਕਰਨ ਤੋਂ ਬਾਅਦ ਸਾਰੇ ਆਰਡਰ ਪੜ੍ਹ ਕੇ ਸੁਣਾਏ ਜਾਣਗੇ, ਫਿਰ ਡਿਊਟੀਆਂ ਲਗਾਈਆਂ ਜਾਣਗੀਆਂ ਅਤੇ 15 ਮਿੰਟ ਦੀ ਡਰਿੱਲ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਗਾਰਦ ਦੀ ਨਫ਼ਰੀ ਦੇ ਚੌਥੇ ਹਿੱਸੇ ਨੂੰ ਗਰਮੀਆਂ ਵਿੱਚ ਸ਼ਾਮ 6 ਵਜੇ ਤੱਕ ਅਤੇ ਸਰਦੀਆਂ ਵਿੱਚ ਸ਼ਾਮੀ 5 ਵਜੇ ਤੱਕ 2 ਘੰਟੇ ਲਈ ਬਾਹਰ ਜਾਣ ਦੀ ਆਗਿਆ ਦਿੱਤੀ ਜਾ ਸਕਦੀ ਹਨ ਅਤੇ ਬਾਕੀ ਸਮੇਂ ਦੌਰਾਨ ਗਾਰਦ ਹਾਜ਼ਰ ਰਹੇਗੀ। ਇਸ ਉਪ ਨਿਯਮ ਅਨੁਸਾਰ ਅਸਲੇ ਨੂੰ ਰੀਟਰੀਵ ਦੇ ਸਮੇਂ ਤਕਸੀਮ ਕੀਤਾ ਜਾਵੇਗਾ ਜੋ ਅਗਲੇ ਦਿਨ ਸਵੇਰੇ ਇੰਸਪੈਕਸ਼ਨ ਤੱਕ ਮੁਲਾਜ਼ਮਾਂ ਪਾਸ ਰਹੇਗਾ।
ਜਿਨ੍ਹਾਂ ਦੀ ਗਾਰਡ ਡਿਊਟੀ ਖਤਮ ਹੋਵੇਗੀ ਉਹ ਹਥਿਆਰ ਨੂੰ ਨਾਲ ਲੈ ਕੇ ਹੀ ਸੌਣਗੇ। ਉਪ ਨਿਯਮ 2 ਅਨੁਸਾਰ ਸੰਤਰੀ ਤੇ ਉਸ ਦੀ ਥਾਂ ਲੈਣ ਵਾਲਾ ਅਗਲਾ ਮੁਲਾਜ਼ਮ ਦਿਨ ਰਾਤ ਵਰਦੀ ਵਿੱਚ ਰਹੇਗਾ ਤੇ ਦਿਨ ਦੇ ਸਮੇਂ ਦੂਜਾ ਮੁਲਾਜ਼ਮ ਗਾਰਡ ਰੂਮ ਦੇ ਬਾਹਰ ਸੰਤਰੀ ਨਾਲ ਬੈਠੇਗਾ। ਉਪ ਨਿਯਮ 3 ਅਨੁਸਾਰ ਗਾਰਡ ਦਾ ਕਮਾਂਡਿੰਗ ਅਫਸਰ ਹਰ ਰੋਜ਼ ਹਨੇਰਾ ਹੋਣ ਤੋਂ 2 ਘੰਟੇ ਪਹਿਲਾਂ ਵਰਦੀ ਵਿੱਚ ਹੋਵੇਗਾ ਤੇ ਆਪ ਸੰਤਰੀ ਲਗਾਵੇਗਾ। ਕਮਾਂਡਿੰਗ ਅਫਸਰ ਰਵੇਲੀ ਤੋਂ ਲੈ ਕੇ ਰੀਟਰੀਟ ਤੱਕ ਘੱਟੋ ਘੱਟ 4 ਵਾਰ ਸੰਤਰੀਆਂ ਨੂੰ ਚੈੱਕ ਕਰੇਗਾ ਤੇ ਰਾਤ ਸਮੇਂ ਹਰ ਰਿਲੀਫ ਤੋਂ ਬਾਅਦ ਚੈੱਕ ਕਰੇਗਾ। ਇਸ ਤੋਂ ਇਲਾਵਾ ਕਮਾਂਡਿੰਗ ਅਫਸਰ ਵੱਲੋਂ ਵਰਦੀ ਵਿੱਚ ਹੀ ਚੈਕਿੰਗ ਕੀਤੀ ਜਾਵੇਗੀ। ਉਪ ਨਿਯਮ 4 ਅਨੁਸਾਰ ਜਦੋਂ ਕਮਾਂਡਿੰਗ ਅਫਸਰ ਦੀ ਸਹਾਇਤਾ ਲਈ ਹੈੱਡ ਕਾਂਸਟੇਬਲ ਜਾਂ ਉਸ ਤੋਂ ਉੱਚੇ ਰੈਂਕ ਦਾ ਅਫਸਰ ਤੈਨਾਤ ਹੋਵੇ ਤਾਂ ਅੱਧਾ ਦਿਨ ਇੱਕ ਤੇ ਅੱਧਾ ਦਿਨ ਦੂਸਰਾ ਅਫਸਰ ਵਰਦੀ ਵਿੱਚ ਹੋਵੇਗਾ ਅਤੇ ਸੰਤਰੀ ਦੋਨਾਂ ਵਿੱਚੋਂ ਇੱਕ ਵੱਲੋਂ ਖੜੇ ਕੀਤੇ ਜਾਣਗੇ। ਉਪ ਨਿਯਮ 5 ਅਨੁਸਾਰ ਜਦੋਂ ਗਾਰਡ ਹਰ ਰੋਜ਼ ਨਹੀਂ ਬਦਲੀ ਜਾਂਦੀ ਤਾਂ ਸੰਤਰੀ ਵਾਲੀ ਗਾਰਡ 'ਤੇ 4 ਕਾਂਸਟੇਬਲ ਲਗਾਏ ਜਾਣਗੇ ਜੋ 3 ਘੰਟੇ ਦਾ ਪਹਿਰਾ ਕਰਨਗੇ ਅਤੇ ਜਿੱਥੇ ਗਾਰਡ ਹਰ ਰੋਜ਼ ਬਦਲਣੀ ਸੰਭਵ ਹੋਵੇ ਤਾਂ ਉੱਥੇ ਗਾਰਡ ਦੇ 3 ਕਾਂਸਟੇਬਲ ਲਗਾਏ ਜਾਣਗੇ ਜੋ 2-2 ਘੰਟੇ ਦਾ ਪਹਿਰਾ ਕਰਨਗੇ। ਪਰੰਤੂ ਅਜਿਹੇ ਕੇਸਾਂ ਵਿੱਚ ਸਟੈਂਡਿੰਗ ਗਾਰਡਾਂ 'ਤੇ ਕਿਸੇ ਵੀ ਕਾਂਸਟੇਬਲ ਨੂੰ ਲਗਾਤਾਰ 2 ਘੰਟੇ ਲਈ ਨਹੀਂ ਲਗਾਇਆ ਜਾ ਸਕਦਾ। ਨਿੱਜੀ ਗਾਰਡਾਂ ਆਮ ਤੌਰ 'ਤੇ ਹਰ ਰੋਜ਼ ਬਦਲੀਆਂ ਜਾਣਗੀਆਂ ਜਿੱਥੇ 2 ਘੰਟੇ ਦਾ ਪਹਿਰਾ ਹੋਵੇਗਾ ਤੇ ਜੇਕਰ ਨਿੱਜੀ ਗਾਰਡ ਹਰ ਰੋਜ਼ ਨਹੀਂ ਬਦਲੀ ਜਾਂਦੀ ਤਾਂ ਗਾਰਡ ਰਾਤ ਦੇ ਸਮੇਂ ਸਿਰਫ 9 ਘੰਟੇ ਹੀ ਡਿਊਟੀ ਕਰੇਗੀ ਤੇ ਹਰੇਕ ਪਹਿਰਾ 3 ਘੰਟੇ ਦਾ ਹੋਵੇਗਾ। ਉਪ ਨਿਯਮ 6 ਅਨੁਸਾਰ ਜਦੋਂ ਰਾਤ ਦੇ ਸਮੇਂ ਗਾਰਡ ਅਫਸਰ ਦੇ ਇੰਸਪੈਕਸ਼ਨ ਰੌਂਡ ਲਈ ਪੇਸ਼ ਹੋਵੇਗੀ ਤਾਂ ਹੈੱਡ ਕਾਂਸਟੇਬਲ ਤੇ ਅਗਲਾ ਸੰਤਰੀ ਵਰਦੀ ਵਿੱਚ ਹੋਵੇਗਾ ਤੇ ਬਾਕੀ ਗਾਰਡ ਬਿਨਾਂ ਵਰਦੀ ਦੇ ਹਥਿਆਰਾਂ ਸਮੇਤ ਹੀ ਫਾਲਣ ਹੋਵੇਗੀ। ਉਪ ਨਿਯਮ 7 ਅਨੁਸਾਰ ਹਰੇਕ ਸਟੈਂਡਿੰਗ ਗਾਰਡ 'ਤੇ ਡਿਊਟੀ ਰੋਸਟਰ ਰੱਖਿਆ ਜਾਵੇਗਾ। ਉਪ ਨਿਯਮ 8 ਤਹਿਤ ਸਾਰੇ ਹੁਕਮਾਂ ਦੀ ਕਾਪੀ ਲੋਕਲ ਭਾਸ਼ਾ ਵਿੱਚ ਗਾਰਡ ਦੇ ਆਰਡਰ ਬੋਰਡ 'ਤੇ ਲਗਾਈ ਜਾਵੇਗੀ। ਦੋਸਤੋ PPR 18.6 ਖਜ਼ਾਨਾ ਗਾਰਡ ਬਹੁਤ ਹੀ ਇੰਪੋਰਟੈਂਟ ਫਿਕਰਾ ਹੈ। ਇਸ ਦੀ ਨਫਰੀ ਬਾਰੇ ਪਿਛਲੇ ਕਈ ਐਗਜ਼ਾਮਾਂ ਵਿੱਚ ਸਵਾਲ ਪੁੱਛੇ ਜਾ ਚੁੱਕੇ ਹਨ। ਫਿਕਰਾ ਨੰਬਰ 1 ਅਨੁਸਾਰ ਜ਼ਿਲ੍ਹੇ ਦੇ ਖਜ਼ਾਨੇ 'ਤੇ ਲੱਗੀ ਗਾਰਡ ਦੀ ਆਮ ਤੌਰ 'ਤੇ ਗਿਣਤੀ 2 ਹੈੱਡ ਕਾਂਸਟੇਬਲ ਅਤੇ 12 ਕਾਂਸਟੇਬਲ ਹੋਵੇਗੀ ਅਤੇ ਇੱਕ ਸਮੇਂ 'ਤੇ 3 ਸੰਤਰੀ ਲਗਾਏ ਜਾਣਗੇ। ਇਸ ਤੋਂ ਇਲਾਵਾ ਤਹਿਸੀਲ ਖਜ਼ਾਨੇ 'ਤੇ ਲੱਗੀ ਗਾਰਡ ਵਿੱਚ ਪੁਲਿਸ ਦੀ ਗਿਣਤੀ ਵਿੱਚ 1 ਹੈੱਡ ਕਾਂਸਟੇਬਲ ਅਤੇ 4 ਕਾਂਸਟੇਬਲ ਹੋਣਗੇ ਜਿੱਥੇ ਇੱਕੋ ਕਾਂਸਟੇਬਲ ਨੂੰ ਸੰਤਰੀ ਲਗਾਇਆ ਜਾਵੇਗਾ। ਉਪ ਨਿਯਮ 2 ਅਨੁਸਾਰ ਸੰਤਰੀਆਂ ਦੀ ਪੋਜੀਸ਼ਨ ਸੁਪਰਡੈਂਟ ਪੁਲਿਸ ਵੱਲੋਂ ਲਿਖਤੀ ਹੁਕਮ ਰਾਹੀਂ ਨਿਸ਼ਚਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਹ ਹੋਰ ਸਾਵਧਾਨੀਆਂ ਵਰਤਣ ਬਾਰੇ ਵੀ ਹੁਕਮ ਜਾਰੀ ਕਰ ਸਕਦੇ ਹਨ ਜਿਵੇਂ ਕਿ ਕੁੰਡੀਆਂ ਆਦਿ ਨੂੰ ਮਜ਼ਬੂਤ ਕਰਨਾ ਅਤੇ ਵਧੇਰੇ ਲਾਈਟਾਂ ਦਾ ਪ੍ਰਬੰਧ ਕਰਨ ਬਾਰੇ। ਉਪ ਨਿਯਮ 3 ਅਨੁਸਾਰ ਇਹਨਾਂ ਖਜ਼ਾਨਿਆਂ ਦੀ ਇਮਾਰਤ ਅਤੇ ਉਸ ਵਿੱਚ ਫਿੱਟ ਹੋਰ ਹੋਈਆਂ ਚੀਜ਼ਾਂ ਦੀ ਜ਼ਿੰਮੇਵਾਰੀ ਕਾਰਜਕਾਰੀ ਇੰਜੀਨੀਅਰ ਦੀ ਹੋਵੇਗੀ ਅਤੇ ਖਜ਼ਾਨੇ ਦੇ ਗੱਲੇ ਅਤੇ ਹੋਰ ਫਰਨੀਚਰ ਦੀ ਜ਼ਿੰਮੇਵਾਰੀ ਖਜ਼ਾਨਾ ਅਫਸਰ ਦੀ ਹੋਵੇਗੀ। ਉਪ ਨਿਯਮ 4 ਅਨੁਸਾਰ ਕਾਰਜਕਾਰੀ ਇੰਜੀਨੀਅਰ ਦੇ ਸਰਟੀਫਿਕੇਟ ਦੀ ਕਾਪੀ ਅਤੇ SP ਸਾਹਿਬ ਦੇ ਹੁਕਮਾਂ ਨੂੰ ਸਟਰੋਂਗ ਰੂਮ ਵਿੱਚ ਸਾਫ਼ ਨਜ਼ਰ ਆਉਣ ਵਾਲੀ ਥਾਂ 'ਤੇ ਟੰਗਿਆ ਜਾਵੇਗਾ।
PPR 18.7 ਵਿੱਚ ਗਾਰਦ ਵਿੱਚ ਤੈਨਾਤ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਬਾਰੇ ਦੱਸਿਆ ਗਿਆ ਹੈ ਕਿ ਪੁਲਿਸ ਗਾਰਦ ਇਸ ਗੱਲ ਦੀ ਜ਼ਿੰਮੇਵਾਰੀ ਹੋਵੇਗੀ ਕਿ ਕੋਈ ਵੀ ਬਕਸਾ ਜਿਸ ਵਿੱਚ ਕੈਸ਼, ਨੋਟਿਸ ਜਾਂ ਸਟੈਂਪ ਹਨ, ਰਾਤ ਦੇ ਸਮੇਂ ਖਜ਼ਾਨੇ ਦੇ ਸਟਰੋਂਗ ਰੂਮ ਤੋਂ ਬਾਹਰ ਨਹੀਂ ਹੋਣਗੇ ਅਤੇ ਜੇਕਰ ਖਜ਼ਾਨੇ ਦੇ ਸਟਰੋਂਗ ਰੂਮ ਵਿੱਚ ਖਿੜਕੀਆਂ ਅਤੇ ਦਰਵਾਜ਼ਿਆਂ 'ਤੇ ਗ੍ਰਿਲਾਂ ਲੱਗੀਆਂ ਹੋਣ ਪਰ ਕੋਈ ਠੋਸ ਸ਼ਟਰ ਜਾਂ ਦਰਵਾਜ਼ਾ ਨਾ ਲੱਗਿਆ ਹੋਵੇ ਤਾਂ ਸਿੱਕਿਆਂ ਦੇ ਥੈਲਿਆਂ ਨੂੰ ਸੇਫ ਵਿੱਚ ਜਾਂ ਬਕਸਿਆਂ ਵਿੱਚ ਖਜ਼ਾਨਾ ਬੰਦ ਕਰਨ ਤੋਂ ਪਹਿਲਾਂ ਰੱਖਿਆ ਜਾਵੇਗਾ ਅਤੇ ਜੇਕਰ ਕੋਈ ਬਕਸਾ ਸਟਰੋਂਗ ਰੂਮ ਤੋਂ ਬਾਹਰ ਰਹਿ ਜਾਂਦਾ ਹੈ ਜਾਂ ਕੋਈ ਬੈਗ ਜਿਸ ਵਿੱਚ ਸਿੱਕੇ ਹੋਣ ਬਾਹਰ ਰਹਿ ਜਾਂਦੇ ਹਨ ਤਾਂ ਇਸ ਗੱਲ ਦੀ ਸੂਚਨਾ ਤੁਰੰਤ ਸੁਪਰਡੈਂਟ ਪੁਲਿਸ ਨੂੰ ਦਿੱਤੀ ਜਾਵੇਗੀ ਜੋ ਬਿਨਾਂ ਦੇਰੀ ਤੋਂ ਇਸ ਸੰਬੰਧੀ ਡਿਸਟ੍ਰਿਕਟ ਮੈਜਿਸਟਰੇਟ ਪਾਸੋਂ ਹੁਕਮ ਪ੍ਰਾਪਤ ਕਰੇਗਾ। ਜੇਕਰ ਅਜਿਹੀ ਘਟਨਾ ਤਹਿਸੀਲ ਖਜ਼ਾਨੇ ਵਿੱਚ ਹੁੰਦੀ ਹੈ ਤਾਂ ਇਸ ਦੀ ਰਿਪੋਰਟ ਤਹਿਸੀਲਦਾਰ ਨੂੰ ਅਤੇ ਉਸ ਸਟੇਸ਼ਨ ਦੇ ਮੌਜੂਦਾ ਡਿਸਟ੍ਰਿਕਟ ਪੁਲਿਸ ਦੇ ਸੀਨੀਅਰ ਅਧਿਕਾਰੀ ਨੂੰ ਦਿੱਤੀ ਜਾਵੇਗੀ। PPR 18.8 ਵਿੱਚ ਕੰਮਕਾਜ ਦੇ ਸਮੇਂ ਤੋਂ ਬਾਅਦ ਖਜ਼ਾਨਾ ਗਾਰਦ ਜਾਂ ਸਟਰੋਂਗ ਰੂਮ ਵਿੱਚ ਦਾਖਲ ਹੋਣ ਬਾਰੇ ਦੱਸਿਆ ਗਿਆ ਹੈ। ਜਦੋਂ ਵੀ ਜ਼ਿਲ੍ਹਾ ਜਾਂ ਤਹਿਸੀਲ ਦਾ ਦਫ਼ਤਰ ਦਿਨ ਦੇ ਕੰਮ ਪਿੱਛੋਂ ਬੰਦ ਹੋ ਜਾਵੇ ਤਾਂ ਇੰਚਾਰਜ ਖਜ਼ਾਨੇ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਉਸ ਅਫਸਰ ਦੀ ਲਿਖਤੀ ਆਗਿਆ ਤੋਂ ਬਿਨਾਂ ਖਜ਼ਾਨੇ ਅੰਦਰ ਪ੍ਰਵੇਸ਼ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ ਅਤੇ ਖਜ਼ਾਨੇ 'ਤੇ ਤੈਨਾਤ ਗਾਰਦ ਇਸ ਆਗਿਆ ਦੀ ਪਾਲਣਾ ਕਰਾਉਣ ਦੀ ਜ਼ਿੰਮੇਵਾਰ ਹੋਵੇਗੀ। ਜਦੋਂ ਵੀ ਕੋਈ ਵਿਅਕਤੀ ਦਿਨ ਦੇ ਕੰਮਕਾਰ ਖਤਮ ਹੋਣ ਪਿੱਛੋਂ ਖਜ਼ਾਨਾ ਬੰਦ ਹੋਣ ਤੋਂ ਬਾਅਦ ਖਜ਼ਾਨੇ ਅੰਦਰ ਦਾਖਲ ਹੁੰਦਾ ਹੈ ਤਾਂ ਇਸ ਦੀ ਵਿਸ਼ੇਸ਼ ਰਿਪੋਰਟ ਸੁਪਰਡੈਂਟ ਪੁਲਿਸ ਨੂੰ ਦਿੱਤੀ ਜਾਵੇਗੀ ਅਤੇ ਇਸ ਬਾਰੇ ਨਜ਼ਦੀਕੀ ਪੁਲਿਸ ਸਟੇਸ਼ਨ ਦੇ ਰੋਜ਼ਨਾਮੇ ਵਿੱਚ ਵੀ ਇੰਦਰਾਜ ਕਰਵਾਇਆ ਜਾਵੇਗਾ। PPR 18.9 ਵਿੱਚ ਦੋਹਰੇ ਤਾਲੇ ਦੇ ਖੋਲ੍ਹਣ 'ਤੇ ਲੱਗੀ ਰੋਕ ਬਾਰੇ ਦੱਸਿਆ ਗਿਆ ਹੈ। ਇਸ ਨਿਯਮ ਅਨੁਸਾਰ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਜਾਂ ਕੋਈ ਹੋਰ ਅਫਸਰ ਜਿਸ ਦੇ ਅਧੀਨ ਇਹ ਖਜ਼ਾਨਾ ਹੋਵੇ ਉਸ ਦੀ ਹਾਜ਼ਰੀ ਅਤੇ ਇਖਤਿਆਰ ਤੋਂ ਇਲਾਵਾ ਕਿਸੇ ਵੀ ਹਾਲਾਤ ਵਿੱਚ ਪੁਲਿਸ ਗਾਰਦ ਦੋਹਰੇ ਤਾਲੇ ਨੂੰ ਖੋਲ੍ਹਣ ਨਹੀਂ ਦੇਵੇਗੀ। PPR 18.10 ਅਨੁਸਾਰ ਹੁਕਮਾਂ ਨੂੰ ਚਿਪਕਾਇਆ ਜਾਵੇਗਾ। PPR 18.11 ਵਿੱਚ ਸਫਰੀ ਖਜ਼ਾਨਾ ਗਾਰਦ ਬਾਰੇ ਦੱਸਿਆ ਗਿਆ ਹੈ। ਜਿਹੜੀ ਗਾਰਦ ਨਹਿਰੀ, ਰੇਲਵੇ ਜਾਂ ਕਿਸੇ ਹੋਰ ਅਫਸਰ ਜਾਂ ਵਿਅਕਤੀ ਦੇ ਨਾਲ ਖਜ਼ਾਨੇ ਦੀ ਰਾਖੀ ਲਈ ਲਗਾਈ ਗਈ ਹੋਵੇ ਉਹਨਾਂ 'ਤੇ ਇਹ ਨਿਯਮ ਲਾਗੂ ਹੋਣਗੇ। ਪਹਿਲਾ, ਖਜ਼ਾਨਾ ਗਾਰਦ ਵਾਲੇ ਸਾਰੇ ਰੂਲ ਜੋ ਲਾਗੂ ਹੁੰਦੇ ਹਨ ਉਹਨਾਂ ਦੀ ਪਾਲਣਾ ਕੀਤੀ ਜਾਵੇਗੀ। ਦੂਜਾ ਨਿਯਮ, ਗਾਰਦ ਸਿਵਾਏ ਖਜ਼ਾਨੇ ਦੀ ਰਾਖੀ ਕਰਨ ਤੋਂ ਹੋਰ ਕੋਈ ਡਿਊਟੀ ਲਈ ਨਹੀਂ ਵਰਤੀ ਜਾਵੇਗੀ। ਤੀਜਾ ਨਿਯਮ, ਜਦੋਂ ਵੀ ਖਜ਼ਾਨੇ ਨੂੰ ਅਸਕੌਟ ਕਰਨਾ ਹੋਵੇ ਤਾਂ ਘੱਟੋ ਘੱਟ 2 ਪੁਲਿਸ ਅਫਸਰ ਅਸਕੌਟ ਵਜੋਂ ਜਾਣਗੇ। ਚੌਥਾ ਨਿਯਮ, ਜਦੋਂ ਵੀ 200 ਰੁਪਏ ਤੋਂ ਵੱਧ ਦੀ ਰਕਮ ਨੂੰ ਅਸਕੌਟ ਕਰਕੇ ਲੈ ਕੇ ਜਾਣਾ ਹੋਵੇ ਤਾਂ ਇੱਕ ਹੈੱਡ ਕਾਂਸਟੇਬਲ ਜਿੰਨਾ ਜ਼ਰੂਰੀ ਹੋਵੇ ਕਾਂਸਟੇਬਲ ਨੂੰ ਨਾਲ ਲੈ ਕੇ ਜਾਵੇਗਾ। ਪੰਜਵੇਂ ਨਿਯਮ ਅਨੁਸਾਰ ਪੁਲਿਸ ਅਜਿਹੇ ਖਜ਼ਾਨੇ ਜਾਂ ਅਜਿਹੇ ਧਨ ਦਾ ਚਾਰਜ ਲੈਣ ਤੋਂ ਇਨਕਾਰ ਕਰ ਦੇਵੇਗੀ ਜਿਸ ਦੇ ਬਕਸੇ ਵਿੱਚ ਤਾਲਾ ਬੰਦ, ਬੈਗ ਵਿੱਚ ਸਰਬ ਮੋਹਰ ਜਾਂ ਲਿਫਾਫੇ ਵਿੱਚ ਸਰਬ ਮੋਹਰ ਨਹੀਂ ਲੱਗੀ ਹੋਵੇਗੀ। ਰੂਲ ਨੰਬਰ 6 ਅਨੁਸਾਰ ਜਦੋਂ ਵੀ ਧਨ ਨੂੰ ਤਾਲਾ ਬੰਦ ਕਰਕੇ ਬਕਸੇ ਵਿੱਚ ਭੇਜਿਆ ਜਾਂਦਾ ਹੈ ਤਾਂ ਕੋਈ ਵੀ ਜ਼ਿੰਮੇਵਾਰ ਵਿਅਕਤੀ ਨੂੰ ਤਾਲੇ ਦੀ ਚਾਬੀ ਦੇ ਕੇ ਬਤੌਰ ਇੰਚਾਰਜ ਨਹੀਂ ਭੇਜਿਆ ਜਾਵੇਗਾ ਅਤੇ ਜੇਕਰ ਚਾਬੀ ਇੱਕ ਲਿਫਾਫੇ ਵਿੱਚ ਸਰਬ ਮੋਹਰ ਕਰਕੇ ਦਿੱਤੀ ਜਾਂਦੀ ਹੈ ਤਾਂ ਪੁਲਿਸ ਉਸ ਨੂੰ ਪ੍ਰਾਪਤ ਕਰ ਲਵੇਗੀ।
ਰੂਲ ਨੰਬਰ 8 ਅਨੁਸਾਰ ਪੁਲਿਸ ਦੀ ਡਿਊਟੀ ਧਨ ਦੀ ਰੱਖਿਆ ਕਰਨਾ ਹੈ। ਉਸ ਨੂੰ ਚੁੱਕਣ ਦੀ ਡਿਊਟੀ ਪੁਲਿਸ ਦੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਉਪ ਨਿਯਮ 2 ਅਨੁਸਾਰ 18.6 ਤੋਂ ਲੈ ਕੇ 18.11 ਤੱਕ ਦੀ ਕਾਪੀ ਗਾਰਦ ਦੇ ਕਮਾਂਡ ਅਫਸਰ ਨੂੰ ਦਿੱਤੀ ਜਾਵੇਗੀ ਅਤੇ ਜ਼ਰੂਰਤ ਪੈਣ 'ਤੇ ਜਿਸ ਵੀ ਵਿਭਾਗ ਜਾਂ ਵਿਅਕਤੀ ਨੂੰ ਉਹ ਗਾਰਦ ਦਿੱਤੀ ਜਾਂਦੀ ਹੈ ਤਾਂ ਕਮਾਂਡਿੰਗ ਅਫਸਰ ਅਜਿਹੇ ਨਿਯਮਾਂ ਦੀ ਕਾਪੀ ਉਸ ਨੂੰ ਵਿਖਾਵੇਗਾ। PPR 18.12 ਵਿੱਚ ਮੈਜਿਸਟਰੇਟ ਦੇ ਹਵਾਲਾਤ ਵਿੱਚ ਬੰਦ ਵਿਅਕਤੀਆਂ ਨੂੰ ਭੋਜਨ ਦੇਣ ਬਾਰੇ ਦੱਸਿਆ ਗਿਆ ਹੈ। ਇਸ ਨਿਯਮ ਅਨੁਸਾਰ ਸਿਵਾਏ ਅਜਿਹੇ ਹਾਲਾਤਾਂ ਦੇ ਜਦੋਂ ਸਰਕਾਰ ਵੱਲੋਂ ਅਜਿਹੇ ਵਿਸ਼ੇਸ਼ ਹੁਕਮਾਂ ਰਾਹੀਂ ਮੈਜਿਸਟਰੇਟ ਦੀ ਹਵਾਲਾਤ ਦਾ ਚਾਰਜ ਪੁਲਿਸ ਨੂੰ ਨਾ ਦਿੱਤਾ ਗਿਆ ਹੋਵੇ, ਹਵਾਲਾਤ ਵਿੱਚ ਲੱਗੀ ਗਾਰਡ ਦੀ ਡਿਊਟੀ ਸਿਰਫ ਹਵਾਲਾਤ ਵਿੱਚ ਬੰਦ ਵਿਅਕਤੀਆਂ ਦੀ ਸੁਰੱਖਿਅਤ ਸਾਂਭ ਹੀ ਹੋਵੇਗੀ। ਹਵਾਲਾਤ ਦੀ ਚਾਬੀ ਪੁਲਿਸ ਕੋਲ ਨਹੀਂ ਹੋਵੇਗੀ ਅਤੇ ਨਾ ਹੀ ਬੰਦ ਵਿਅਕਤੀਆਂ ਨੂੰ ਭੋਜਨ ਦੇਣ ਦੀ ਜ਼ਿੰਮੇਵਾਰੀ ਪੁਲਿਸ ਦੀ ਹੋਵੇਗੀ। PPR 18.13 ਵਿੱਚ ਮੈਜਿਸਟਰੇਟ ਦੀ ਹਵਾਲਾਤ ਵਿੱਚ ਵਿਅਕਤੀਆਂ ਨੂੰ ਬੰਦ ਕਰਨ ਤੋਂ ਪਹਿਲਾਂ ਕੀਤੀ ਜਾਣ ਵਾਲੀ ਤਲਾਸ਼ੀ ਬਾਰੇ ਦੱਸਿਆ ਗਿਆ ਹੈ। ਇਸ ਨਿਯਮ ਅਨੁਸਾਰ ਜਿਹੜੇ ਨਿਯਮ ਜਾਂ ਰੂਲ ਜੋ PPR 26.3 ਅਤੇ 26.4 ਪੁਲਿਸ ਸਟੇਸ਼ਨ ਦੀ ਹਵਾਲਾਤ ਵਿੱਚ ਬੰਦ ਕਰਨ ਤੋਂ ਪਹਿਲਾਂ ਲਈ ਜਾਣ ਵਾਲੀ ਤਲਾਸ਼ੀ ਲਈ ਲਾਗੂ ਕੀਤੇ ਗਏ ਹਨ, ਉਹੀ ਹੁਕਮ ਮੈਜਿਸਟਰੇਟ ਦੀ ਹਵਾਲਾਤ ਵਿੱਚ ਕਿਸੇ ਵਿਅਕਤੀ ਨੂੰ ਬੰਦ ਕਰਨ ਸਮੇਂ ਲਾਗੂ ਹੋਣਗੇ। ਜੇਕਰ ਮੈਜਿਸਟਰੇਟ ਦੀ ਹਵਾਲਾਤ ਸੁਰੱਖਿਅਤ ਹਾਲਾਤ ਵਿੱਚ ਨਾ ਹੋਵੇ ਤਾਂ ਵਿਅਕਤੀ ਨੂੰ ਹੱਥਕੜੀ ਲਾਉਣ ਦੀ ਆਗਿਆ ਜ਼ਿਲ੍ਹਾ ਮੈਜਿਸਟਰੇਟ ਪਾਸੋਂ ਪ੍ਰਾਪਤ ਕੀਤੀ ਜਾਵੇਗੀ। PPR 18.14 ਕੈਦੀਆਂ ਦੀ ਗਿਣਤੀ ਨਾਲ ਸੰਬੰਧਿਤ ਹੈ। ਜਦੋਂ ਮੈਜਿਸਟਰੇਟ ਦੀ ਹਵਾਲਾਤ ਜੇਲ੍ਹ ਵਿੱਚ ਸਥਿਤ ਨਾ ਹੋਵੇ ਜਾਂ ਜੇਲ੍ਹ ਦੇ ਨਾਲ ਨਾ ਜੁੜੀ ਹੋਵੇ ਤਾਂ ਉਹਨਾਂ ਹਵਾਲਾਤਾਂ ਵਿੱਚ ਬੰਦ ਕੈਦੀਆਂ ਦੀ ਗਿਣਤੀ ਹਰ ਸਵੇਰੇ ਅਤੇ ਸ਼ਾਮ ਜਿਸ ਅਫਸਰ ਕੋਲ ਉਸ ਹਵਾਲਾਤ ਦੀ ਚਾਬੀ ਹੋਵੇਗੀ ਉਸ ਦੁਆਰਾ ਕੀਤੀ ਜਾਵੇਗੀ ਅਤੇ ਸ਼ਾਮ ਦੀ ਗਿਣਤੀ ਵੇਲੇ ਹਰ ਵਾਰਡ ਵਿੱਚ ਕੈਦੀਆਂ ਦੀ ਗਿਣਤੀ ਦਾ ਇੰਦਰਾਜ ਹਵਾਲਾਤ ਰਜਿਸਟਰ ਵਿੱਚ ਕੀਤਾ ਜਾਵੇਗਾ। ਜੇਕਰ ਇੰਦਰਾਜ ਸਹੀ ਹੋਵੇ ਤਾਂ ਪੁਲਿਸ ਗਾਰਦ ਦੇ ਕਮਾਂਡਿੰਗ ਅਫਸਰ ਵੱਲੋਂ ਛੋਟੇ ਦਸਤਕ ਕੀਤੇ ਜਾਣਗੇ। PPR 18.21 ਵਿੱਚ ਕਮਾਂਡ ਸਰਟੀਫਿਕੇਟ ਬਾਰੇ ਦੱਸਿਆ ਗਿਆ ਹੈ ਕਿ ਜਦੋਂ ਵੀ ਪੁਲਿਸ ਮੁਲਾਜ਼ਮਾਂ ਨੂੰ ਦੂਸਰੇ ਜ਼ਿਲ੍ਹੇ ਵਿੱਚ ਡਿਊਟੀ ਲਈ ਭੇਜਿਆ ਜਾਵੇਗਾ ਤਾਂ ਉਹਨਾਂ ਨੂੰ ਇਸ ਫਿਕਰੇ ਤਹਿਤ ਫਾਰਮ ਨੰਬਰ 18.21 ਤੇ ਕਮਾਂਡ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਜਦੋਂ ਹਾਜ਼ਰੀ ਲਈ ਕੋਈ ਵਿਸ਼ੇਸ਼ ਜਗ੍ਹਾ ਨਾ ਦੱਸੀ ਗਈ ਹੋਵੇ ਤਾਂ ਉਹਨਾਂ ਮੁਲਾਜ਼ਮਾਂ ਨੂੰ ਇਹ ਨਿਰਦੇਸ਼ ਦਿੱਤੇ ਜਾਣਗੇ ਕਿ ਉਹ ਉਸ ਜ਼ਿਲ੍ਹੇ ਦੀ ਪੁਲਿਸ ਲਾਈਨ ਵਿੱਚ ਜਾ ਕੇ ਆਪਣੀ ਹਾਜ਼ਰੀ ਦੀ ਰਿਪੋਰਟ ਦੇਣ ਅਤੇ ਜਿੱਥੋਂ ਤੱਕ ਸੰਭਵ ਹੋ ਸਕੇ ਦੂਜੇ ਜ਼ਿਲ੍ਹਿਆਂ ਨੂੰ ਵਾਪਸ ਹੋਣ ਵਾਲੀਆਂ ਐਸਕੌਰਟਾਂ ਤੋਂ ਹੀ ਉਹਨਾਂ ਦੇ ਵਾਪਸੀ ਸਫ਼ਰ 'ਤੇ ਐਸਕੌਰਟ ਦਾ ਕੰਮ ਲਿਆ ਜਾ ਸਕਦਾ ਹੈ। PPR 18.32 ਵਿੱਚ ਯੂਰਪੀਅਨ ਕੈਦੀਆਂ ਉੱਪਰ ਐਸਕੌਰਟ ਬਾਰੇ ਦੱਸਿਆ ਗਿਆ ਹੈ। PPR 18.34 ਵਿੱਚ ਜੇਲ੍ਹਾਂ ਵਿਚਕਾਰ ਕੈਦੀਆਂ ਦੀ ਕੀਤੀ ਜਾਣ ਵਾਲੀ ਟ੍ਰਾਂਸਫਰ ਬਾਰੇ ਦੱਸਿਆ ਗਿਆ ਹੈ। ਇਸ ਨਿਯਮ ਅਨੁਸਾਰ ਜਦੋਂ ਵੀ ਕੈਦੀਆਂ ਨੂੰ ਪੁਲਿਸ ਦੀ ਗਾਰਦ ਦੇ ਹਵਾਲੇ ਕੀਤਾ ਜਾਵੇਗਾ ਤਾਂ ਉਸ ਤੋਂ ਪਹਿਲਾਂ ਜੇਲਰ ਅਤੇ ਪੁਲਿਸ ਗਾਰਦ ਦੇ ਇੰਚਾਰਜ ਦੇ ਸਾਹਮਣੇ ਪੂਰੀ ਸਾਵਧਾਨੀ ਨਾਲ ਚੰਗੀ ਤਰ੍ਹਾਂ ਉਹਨਾਂ ਕੈਦੀਆਂ ਦੀ ਤਲਾਸ਼ੀ ਲਈ ਜਾਵੇਗੀ। ਉਹਨਾਂ ਕੈਦੀਆਂ ਦੇ ਨਾਲ ਉਹਨਾਂ ਦੇ ਨਾਵਾਂ ਦਾ ਰੋਲ ਵੀ ਦਿੱਤਾ ਜਾਵੇਗਾ। ਜਦੋਂ ਤੱਕ ਕੈਦੀ ਦੂਜੀ ਜੇਲ੍ਹ ਤੱਕ ਨਹੀਂ ਪਹੁੰਚ ਜਾਂਦਾ ਅਤੇ ਜੇਲ੍ਹ ਅਫਸਰ ਪਾਸੋਂ ਰਸੀਦ ਹਾਸਲ ਨਹੀਂ ਕਰ ਲਈ ਜਾਂਦੀ ਉਦੋਂ ਤੱਕ ਪੁਲਿਸ ਗਾਰਦ ਦੀ ਹੀ ਉਸ ਕੈਦੀ ਦੀ ਸੁਰੱਖਿਆ ਦੀ ਜ਼ਿੰਮੇਵਾਰ ਹੋਵੇਗੀ।
ਇਸ ਨਿਯਮ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਕੋਈ ਕੈਦੀ ਖਤਰਨਾਕ ਅਤੇ ਨਿਰਧੜਕ ਹੋਵੇ ਤਾਂ ਅਸਕੌਟ ਦੇ ਕਮਾਂਡਿੰਗ ਅਫਸਰ ਨੂੰ 2 ਕੜਿਆਂ ਵਾਲੀ ਇੱਕ ਜੰਜੀਰ ਅਤੇ ਇੱਕ ਤਾਲਾ ਦਿੱਤਾ ਜਾਵੇਗਾ, ਜੋ ਸਾਰੀਆਂ ਹੱਥਕੜੀਆਂ ਜਾਂ ਬੇੜੀਆਂ ਦੇ ਕਿਸੇ ਹਿੱਸੇ ਨੂੰ ਆਪਸ ਵਿੱਚ ਜੰਜੀਰ ਪਾ ਕੇ ਤਾਲਾ ਲਗਾ ਕੇ ਜੋੜ ਦੇਵੇਗਾ। PPR 18.35 ਵਿੱਚ ਇਹ ਦੱਸਿਆ ਗਿਆ ਹੈ ਕਿ ਕਿਹਨਾਂ ਹਾਲਾਤਾਂ ਵਿੱਚ ਬੇੜੀਆਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਜੇਲ੍ਹ ਰੂਲ ਦੇ ਮੁਤਾਬਕ ਹਰ ਉਹ ਮਰਦ ਕੈਦੀ ਜਿਸ ਨੂੰ ਕਿਸੇ ਅਪਰਾਧ ਵਿੱਚ ਸਜ਼ਾ ਹੋਈ ਹੈ, ਜੇਲ੍ਹ ਤੋਂ ਕਿਸੇ ਵੀ ਉਦੇਸ਼ ਲਈ ਬਾਹਰ ਕੱਢਣ ਤੋਂ ਪਹਿਲਾਂ ਉਸ ਨੂੰ ਹੱਥਕੜੀ ਲਾਉਣੀ ਜ਼ਰੂਰੀ ਹੈ ਅਤੇ ਜੇਕਰ ਉਸ ਦੀ ਜੇਲ੍ਹ ਬਦਲੀ ਕਰਨੀ ਹੋਵੇ ਤਾਂ ਬੇੜੀ ਲਗਾਉਣੀ ਵੀ ਜ਼ਰੂਰੀ ਹੈ। ਜਦੋਂ ਤੱਕ ਇਸ ਗੱਲ ਦਾ ਮੈਡੀਕਲ ਸਰਟੀਫਿਕੇਟ ਨਾ ਮਿਲ ਜਾਵੇ ਕਿ ਉਹ ਕੈਦੀ ਬਹੁਤ ਜ਼ਿਆਦਾ ਕਮਜ਼ੋਰ ਜਾਂ ਉਮਰ ਕਰਕੇ ਇਸ ਤਰ੍ਹਾਂ ਕਰਨਾ ਸੰਭਵ ਨਹੀਂ ਹੈ, ਜਿਨ੍ਹਾਂ ਕੈਦੀਆਂ ਨੂੰ ਸਜ਼ਾ ਦੇਣ ਵਾਲੀ ਅਦਾਲਤ ਨੇ A ਜਾਂ B ਕਲਾਸ ਵਿੱਚ ਰੱਖਿਆ ਹੋਵੇ ਅਤੇ ਜਿਨ੍ਹਾਂ ਦੀ ਹਿਸਟਰੀ ਸੁਪਰਡੈਂਟ ਪੁਲਿਸ ਨੇ ਪੜ੍ਹਨ ਤੋਂ ਬਾਅਦ ਆਪਣੀ ਤਸੱਲੀ ਕਰ ਲਈ ਗਈ ਹੋਵੇ ਕਿ ਉਹਨਾਂ ਵੱਲੋਂ ਭੱਜਣ ਦੀ ਕੋਸ਼ਿਸ਼ ਜਾਂ ਕਿਸੇ ਵੱਲੋਂ ਉਹਨਾਂ ਨੂੰ ਛਡਾਏ ਜਾਣ ਦੀ ਕੋਸ਼ਿਸ਼ ਕਰਨੀ ਸੰਭਵ ਨਹੀਂ ਹੈ, ਤਾਂ ਅਜਿਹੇ ਕੈਦੀਆਂ ਬਾਰੇ ਬੇੜੀਆਂ ਲਗਾਉਣ ਦਾ ਰੂਲ ਢਿੱਲਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜਦੋਂ ਵੀ ਬਾਲ ਕੈਦੀਆਂ ਨੂੰ ਜੇਲ੍ਹ ਘਰ ਤੋਂ ਸੁਧਾਰ ਸਕੂਲ ਦਿੱਲੀ ਲਿਜਾਇਆ ਜਾਣਾ ਹੋਵੇਗਾ ਤਾਂ ਉਹਨਾਂ ਨੂੰ ਹੱਥਕੜੀਆਂ ਹੀ ਲਗਾਈਆਂ ਜਾਣਗੀਆਂ, ਬੇੜੀਆਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਜਿਨ੍ਹਾਂ ਕੈਦੀਆਂ ਨੂੰ ਰੇਲ ਰਾਹੀਂ ਲੈ ਕੇ ਜਾਇਆ ਜਾ ਰਿਹਾ ਹੋਵੇ ਤਾਂ ਉਹਨਾਂ ਦੀ ਹੱਥਕੜੀ ਸਿਰਫ ਖਾਣ ਪਾਣ ਜਾਂ ਜੰਗਲ ਪਾਣੀ ਜਾਣ ਦੇ ਸਮੇਂ ਹੀ ਉਤਾਰੀ ਜਾ ਸਕਦੀ ਹੈ, ਪਰ ਇਹ ਰਿਆਇਤ ਉਸਨਾਂ ਸੂਰਤਾਂ ਵਿੱਚ ਦਿੱਤੀ ਜਾਵੇਗੀ ਜਦੋਂ ਕੈਦੀਆਂ ਦੀ ਗਿਣਤੀ ਉਹਨਾਂ ਨੂੰ ਅਸਕੌਟ ਕਰਨ ਵਾਲੇ ਕਾਂਸਟੇਬਲਾਂ ਦੀ ਗਿਣਤੀ ਤੋਂ ਅੱਧੀ ਹੋਵੇ। PPR 18.36 ਵਿੱਚ ਕੈਦੀਆਂ ਦੀ ਰੇਲ ਰਾਹੀਂ ਟਰਾਂਸਫਰ ਬਾਰੇ ਦੱਸਿਆ ਗਿਆ ਹੈ। ਉਪ ਨਿਯਮ 1 ਅਨੁਸਾਰ ਜਿੱਥੋਂ ਤੱਕ ਸੰਭਵ ਹੋਵੇ ਪੁਲਿਸ ਦੀ ਹਿਰਾਸਤ ਵਿੱਚੋਂ ਐਸਕੌਟ ਕੀਤੇ ਵਿਅਕਤੀਆਂ ਨੂੰ ਭੇਜਣ ਲਈ ਰੇਲ ਉਪ ਨਿਯਮ 1 ਅਨੁਸਾਰ ਜਿੱਥੋਂ ਤੱਕ ਸੰਭਵ ਹੋਵੇ ਕੈਦੀਆਂ ਨੂੰ ਪੁਲਿਸ ਦੀ ਐਸਕੌਟ ਰਾਹੀਂ ਰੇਲ ਦਾ ਇਸਤੇਮਾਲ ਕਰਕੇ ਭੇਜਿਆ ਜਾਵੇਗਾ। ਉਪ ਨਿਯਮ 2 ਅਨੁਸਾਰ ਜਦੋਂ ਕੈਦੀਆਂ ਨੂੰ ਰੇਲ ਰਾਹੀਂ ਭੇਜਿਆ ਜਾ ਰਿਹਾ ਹੋਵੇ ਤਾਂ ਸਟੇਸ਼ਨ 'ਤੇ ਇੱਕ ਜ਼ਿੰਮੇਵਾਰ ਪੁਲਿਸ ਅਫਸਰ ਹਾਜ਼ਰ ਹੋਵੇਗਾ। ਉਪ ਨਿਯਮ 3 ਅਨੁਸਾਰ ਜਿਨ੍ਹਾਂ ਕੈਦੀਆਂ ਨੂੰ ਦੇਸ਼ ਨਿਕਾਲਾ ਭਾਵ ਕਾਲੇ ਪਾਣੀ ਦੀ ਸਜ਼ਾ ਹੋਈ ਹੋਵੇ ਜਾਂ ਜਿਹੜੇ ਕੈਦੀ ਖਤਰਨਾਕ ਜਾਂ ਬਦਨਾਮ ਕੈਟਾਗਰੀ ਦੇ ਹੋਣ ਅਤੇ ਜਦੋਂ ਤੱਕ ਕੋਈ ਅਜਿਹਾ ਕਰਨ ਦਾ ਕੋਈ ਖਾਸ ਜਾਂ ਛੋਟਵਾਂ ਕਾਰਨ ਨਾ ਪ੍ਰਾਪਤ ਹੋਵੇ, ਅਜਿਹੇ ਕੈਦੀਆਂ ਨੂੰ ਯਾਤਰੀ ਗੱਡੀ ਰਾਹੀਂ ਭੇਜਿਆ ਨਹੀਂ ਜਾਵੇਗਾ ਅਤੇ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਅਜਿਹੇ ਕਰਨ ਦੇ ਕਾਰਨਾਂ ਨੂੰ ਪੂਰੀ ਤਰ੍ਹਾਂ ਲਿਖਤੀ ਤੌਰ 'ਤੇ ਦਰਸਾਇਆ ਜਾਵੇਗਾ। 18.37 ਵਿੱਚ ਕੈਦੀਆਂ ਨੂੰ ਰੇਲ ਰਾਹੀਂ ਲੈ ਕੇ ਜਾਣ ਲਈ ਬਣਾਏ ਗਏ ਨਿਯਮਾਂ ਬਾਰੇ ਦੱਸਿਆ ਗਿਆ ਹੈ। ਇਸ ਨਿਯਮ ਵਿੱਚ ਦੱਸਿਆ ਗਿਆ ਹੈ ਕਿ ਪੁਲਿਸ ਕਸਟਡੀ ਵਿੱਚ ਕੈਦੀਆਂ ਨੂੰ ਲੈ ਕੇ ਜਾਣ ਲਈ ਕਿਹਨਾਂ ਡੱਬਿਆਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਅਜਿਹੇ ਕੈਦੀਆਂ ਨੂੰ ਲੈ ਕੇ ਜਾਣ ਵਾਲੀ ਐਸਕੌਟ ਦੀ ਨਫ਼ਰੀ ਕਿੰਨੀ ਹੋਵੇਗੀ। ਉਪ ਨਿਯਮ 1 ਜਾਂ ਊੜੇ ਅਨੁਸਾਰ ਜਦੋਂ ਐਸਕੌਟ ਕਰਕੇ ਲੈ ਕੇ ਜਾਣ ਵਾਲੇ ਕੈਦੀ A ਤੇ B ਕਲਾਸ ਦੇ ਸਜ਼ਾ ਪ੍ਰਾਪਤ ਵਿਅਕਤੀ ਹੋਣ ਜਾਂ ਚੰਗੀ ਸ਼੍ਰੇਣੀ ਦੇ ਸੁਣਵਾਈ ਅਧੀਨ ਕੈਦੀ ਹੋਣ ਤਾਂ ਆਮ ਤੌਰ 'ਤੇ ਅਜਿਹੇ ਕੈਦੀਆਂ ਨੂੰ ਤੀਜੇ ਦਰਜੇ ਦੇ ਡੱਬੇ ਰਾਹੀਂ ਲਿਜਾਇਆ ਜਾਵੇਗਾ, ਪਰ ਜੇਕਰ ਤੀਜੇ ਦਰਜੇ ਦੇ ਡੱਬੇ ਵਿੱਚ ਸਫਾਈ ਆਦਿ ਦਾ ਸਹੀ ਪ੍ਰਬੰਧ ਨਾ ਹੋਵੇ ਤਾਂ ਕੈਦੀਆਂ ਨੂੰ ਇੰਟਰ ਕਲਾਸ ਡੱਬੇ ਵਿੱਚ ਲੈ ਕੇ ਜਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਅਜਿਹੇ ਕੈਦੀਆਂ ਵਿੱਚੋਂ ਕੋਈ ਕੈਦੀ
ਉੱਚ ਦਰਜੇ ਦੇ ਡੱਬੇ ਵਿੱਚ ਸਫ਼ਰ ਕਰਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਅਜਿਹੇ ਕਰਨ ਦੀ ਇਜਾਜ਼ਤ ਇਸ ਸ਼ਰਤ 'ਤੇ ਦਿੱਤੀ ਜਾ ਸਕਦੀ ਹੈ ਕਿ ਆਪਣੇ ਅਤੇ ਐਸਕੌਰਟ ਕਰਨ ਵਾਲੇ ਮੁਲਾਜ਼ਮਾਂ 'ਤੇ ਹੋਣ ਵਾਲੇ ਵਾਧੂ ਖਰਚੇ ਦੀ ਅਦਾਇਗੀ ਉਸ ਵੱਲੋਂ ਹੀ ਕੀਤੀ ਜਾਵੇਗੀ। ਅਜਿਹੇ ਕੈਦੀਆਂ ਨੂੰ ਸਟੇਸ਼ਨ 'ਤੇ ਪਹੁੰਚਾਉਣ ਲਈ ਜਾਂ ਸਟੇਸ਼ਨ ਤੋਂ ਲੈ ਕੇ ਜਾਣ ਲਈ ਮੋਟਰ ਲਾਰੀ ਜਾਂ ਕਿਸੇ ਹੋਰ ਗੱਡੀ ਦੀ ਵਰਤੋਂ ਕੀਤੀ ਜਾਵੇਗੀ ਅਤੇ ਅਜਿਹੇ ਕੈਦੀਆਂ ਲਈ ਹੱਥਕੜੀ ਦੇ ਨਿਯਮ PPR ਦੇ ਨਿਯਮ ਨੰਬਰ 26.32 ਦੇ 1 ਤੇ 26.32 ਦੇ ਫ਼ਿਕਰਾ ਨੰਬਰ 2 ਵਿੱਚ ਦੱਸੇ ਗਏ ਹਨ। ਐਸਕੌਰਟ ਦੀ ਗਿਣਤੀ ਵੀ ਕੈਦੀਆਂ ਦੀ ਗਿਣਤੀ ਜਿੰਨੀ ਹੀ ਹੋਣੀ ਚਾਹੀਦੀ ਹੈ, ਪਰ ਜਿੱਥੇ ਕੈਦੀ ਸਿਰਫ ਇੱਕ ਹੋਵੇ ਤਾਂ ਐਸਕੌਰਟ ਦੀ ਗਿਣਤੀ ਘੱਟੋ ਘੱਟ 2 ਹੋਣੀ ਚਾਹੀਦੀ ਹੈ। ਐਸਕੌਰਟ ਕੈਦੀ ਦੇ ਦੋਵੇਂ ਪਾਸੇ ਬੈਠਣਗੇ ਅਤੇ ਦਰਵਾਜ਼ੇ ਕੋਲ ਗਾਰਦ ਬੈਠੇਗੀ। ਉਪ ਨਿਯਮ 2 ਜਾਂ ਐੜੇ ਅਨੁਸਾਰ ਜਦੋਂ ਕੈਦੀ ਬੁੱਢਾ, ਕਮਜ਼ੋਰ, ਬਿਮਾਰ, ਅਪਾਹਿਜ, ਔਰਤਾਂ ਜਾਂ ਬੱਚੇ ਹੋਣ ਜਾਂ ਸੰਗੀਨ ਜੁਰਮ ਵਾਲਾ ਨਾ ਹੋਵੇ ਜਾਂ ਨੁਕਸਾਨ ਰਹਿਤ ਪਾਗਲ ਵਿਅਕਤੀ ਹੋਵੇ ਜਾਂ ਕੈਦੀਆਂ ਅਤੇ ਐਸਕੌਰਟ ਦੀ ਕੁੱਲ ਗਿਣਤੀ 5 ਵਿਅਕਤੀਆਂ ਤੋਂ ਜ਼ਿਆਦਾ ਨਾ ਹੋਵੇ ਤਾਂ ਅਜਿਹੀ ਸੂਰਤ ਵਿੱਚ ਅਜਿਹੇ ਕੈਦੀਆਂ ਨੂੰ ਤੀਜੇ ਦਰਜੇ ਦੇ ਡੱਬੇ ਰਾਹੀਂ ਲਿਜਾਇਆ ਜਾ ਸਕਦਾ ਹੈ। ਉਪ ਨਿਯਮ 3 ਜਾਂ ED ਅਨੁਸਾਰ ਉਹ ਕੈਦੀ ਜਿਨ੍ਹਾਂ ਨੂੰ ਵਿਦੇਸ਼ ਤੋਂ ਬਾਹਰ ਲੈ ਕੇ ਜਾਣਾ ਹੋਵੇ, ਜਿਨ੍ਹਾਂ ਨੂੰ ਕਾਲੇ ਪਾਣੀ ਦੀ ਸਜ਼ਾ ਜਾਂ ਕੈਦੀ ਖਤਰਨਾਕ ਅਪਰਾਧਿਕ ਸ਼੍ਰੇਣੀ ਦੇ ਹੋਣ ਨੂੰ ਸੁਰੱਖਿਆ ਲਈ ਵੱਧ ਨਿਗਰਾਨੀ ਦੀ ਲੋੜ ਹੈ। ਉਪ ਨਿਯਮ 3 ਜਾਂ ED ਅਨੁਸਾਰ ਜਿਨ੍ਹਾਂ ਕੈਦੀਆਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਹੋਵੇ ਅਤੇ ਉਹਨਾਂ ਨੂੰ ਸੂਬੇ ਤੋਂ ਬਾਹਰ ਲੈ ਕੇ ਜਾਣਾ ਹੋਵੇ ਜਾਂ ਬਹੁਤ ਹੀ ਖਤਰਨਾਕ ਕੈਟਾਗਰੀ ਦੇ ਕੈਦੀ ਹੋਣ ਤਾਂ ਉਹਨਾਂ ਦੀ ਸੁਰੱਖਿਆ ਹਿਰਾਸਤ ਖਾਸ ਨਿਗਰਾਨੀ ਵਿੱਚ ਹੋਣੀ ਚਾਹੀਦੀ ਹੈ। ਅਜਿਹੇ ਕੈਦੀਆਂ ਨੂੰ ਰੇਲ ਰਾਹੀਂ ਪ੍ਰਿਜ਼ਨ ਵੈਨ ਵਿੱਚ ਭੇਜਿਆ ਜਾਵੇਗਾ ਅਤੇ ਅਜਿਹੇ ਕੇਸਾਂ ਵਿੱਚ ਐਸਕੌਰਟ ਦੀ ਗਿਣਤੀ ਵਿੱਚ ਇੱਕ ਹੈੱਡ ਕਾਂਸਟੇਬਲ ਅਤੇ 6 ਕਾਂਸਟੇਬਲ ਪ੍ਰਤੀ ਕੈਰੇਜ ਜਾਂ ਵੈਨ ਹੋਣਗੇ। ਜਦੋਂ ਵੀ ਇੱਕ ਤੋਂ ਵੱਧ ਕੈਰੇਜ ਜਾਂ ਵੈਨ ਭੇਜੀ ਜਾਵੇਗੀ ਤਾਂ ਇੱਕ ਸਬ ਇੰਸਪੈਕਟਰ ਦਾ ਆਫਿਸਰ ਇਹਨਾਂ ਨੂੰ ਐਸਕੌਰਟ ਕਰੇਗਾ। ਇਸ ਤੋਂ ਇਲਾਵਾ ਇਸ ਨਿਯਮ ਵਿੱਚ ਦੱਸਿਆ ਗਿਆ ਹੈ ਕਿ ਜਦੋਂ ਅਜਿਹੇ ਕੈਦੀਆਂ ਨੂੰ ਤੀਜੇ ਦਰਜੇ ਦੇ ਡੱਬੇ ਵਿੱਚ ਭੇਜਿਆ ਜਾਵੇਗਾ ਤਾਂ ਉਸ ਵਿੱਚ ਕਿਸ ਕੈਟੇਗਰੀ ਦੀ ਤਾਂ ਉਸ ਸਮੇਂ ਐਸਕੌਰਟ ਦੀ ਗਿਣਤੀ ਕਿੰਨੀ ਹੋਵੇਗੀ। ਜੇਕਰ ਕੈਦੀ ਇੱਕ ਹੈ ਤਾਂ ਕਾਂਸਟੇਬਲ 2 ਭੇਜੇ ਜਾਣਗੇ, ਜੇਕਰ ਕੈਦੀ 2 ਨੇ ਤਾਂ 3 ਕਾਂਸਟੇਬਲ ਭੇਜੇ ਜਾਣਗੇ ਅਤੇ ਜੇਕਰ ਕੈਦੀ 3 ਨੇ ਤਾਂ ਉਸ ਵਿੱਚ ਇੱਕ ਹੈੱਡ ਕਾਂਸਟੇਬਲ ਅਤੇ 4 ਕਾਂਸਟੇਬਲ ਹੋਣਗੇ। ਜੇ ਕੈਦੀਆਂ ਦੀ ਗਿਣਤੀ 4 ਹੈ ਅਤੇ ਇੱਕ ਹੈੱਡ ਕਾਂਸਟੇਬਲ ਅਤੇ 5 ਕਾਂਸਟੇਬਲ ਹੋਣਗੇ, ਮਤਲਬ ਕਿ ਪੂਰਾ ਟੋਟਲ 6 ਦੀ ਸਕੁਆਡ ਹੋਊਗੀ। ਅਤੇ ਜੇ ਗਿਣਤੀ 5 ਹੈ ਤਾਂ ਇੱਕ ਹੈੱਡ ਕਾਂਸਟੇਬਲ ਅਤੇ 7 ਕਾਂਸਟੇਬਲ ਹੋਣਗੇ, ਯਾਨੀ ਕਿ 4 ਤੋਂ ਬਾਅਦ 5ਵੇਂ ਦੇ ਵਿੱਚ ਜੋ 5 ਕੈਦੀ ਹੁੰਦੇ ਆ ਅਤੇ 2 ਕਾਂਸਟੇਬਲਾਂ ਦੀ ਗਿਣਤੀ ਵੱਧ ਜਾਵੇਗੀ, ਹੈੱਡ ਕਾਂਸਟੇਬਲ ਇੱਕ ਹੀ ਰਹੇਗਾ। ਇਸ ਤੋਂ ਇਲਾਵਾ ਜੇ ਕੈਦੀਆਂ ਦੀ ਗਿਣਤੀ 6 ਹੋਵੇਗੀ ਤਾਂ ਉਸ ਸਮੇਂ 2 ਹੈੱਡ ਕਾਂਸਟੇਬਲ ਅਤੇ 8 ਕਾਂਸਟੇਬਲ ਐਸਕੌਰਟ ਕਰਨਗੇ ਅਤੇ ਜੇ ਗਿਣਤੀ 7 ਹੋਵੇਗੀ ਅਤੇ 2 ਹੈੱਡ ਕਾਂਸਟੇਬਲ ਅਤੇ 9 ਕਾਂਸਟੇਬਲ ਐਸਕੌਰਟ ਕਰਨਗੇ। ਇਸੇ ਤਰ੍ਹਾਂ ਹੀ 9 ਕੈਦੀਆਂ ਤੱਕ 11 ਕਾਂਸਟੇਬਲ ਹੋਣਗੇ ਅਤੇ 2 ਹੈੱਡ ਕਾਂਸਟੇਬਲ ਹੋਣਗੇ। ਜਦੋਂ ਗਿਣਤੀ 10 ਹੋ ਜਾਵੇਗੀ ਕੈਦੀਆਂ ਦੀ ਅਤੇ ਉਹਨਾਂ ਨਾਲ ਇੱਕ ਸਬ ਇੰਸਪੈਕਟਰ ਹੋਵੇਗਾ, 2 ਹੈੱਡ ਕਾਂਸਟੇਬਲ ਹੋਣਗੇ ਅਤੇ 14 ਕਾਂਸਟੇਬਲ ਲਾਏ ਜਾਣਗੇ, ਭਾਵ ਟੋਟਲ 16 ਜਾਣੇ ਲੱਗਣਗੇ। ਭਾਵ 10 ਕੈਦੀਆਂ ਨਾਲ 17 ਪੁਲਿਸ ਮੁਲਾਜ਼ਮਾਂ ਦੀ ਸਕੁਆਡ ਭੇਜੀ ਜਾਵੇਗੀ। ਇਸ ਤੋਂ ਇਲਾਵਾ ਜੇਕਰ ਕੈਦੀਆਂ ਦੀ ਗਿਣਤੀ 10 ਤੋਂ ਵੱਧ ਹੈ ਪਰ 20 ਤੋਂ ਘੱਟ ਹੈ ਤਾਂ ਹਰ ਇੱਕ 4 ਕਾਂਸਟੇਬਲਾਂ 'ਤੇ ਇੱਕ ਹੈੱਡ ਕਾਂਸਟੇਬਲ ਤੈਨਾਤ ਕੀਤਾ ਜਾਵੇਗਾ ਅਤੇ ਹਰ ਇੱਕ 10 ਕਾਂਸਟੇਬਲਾਂ ਪਿੱਛੇ ਇੱਕ ਸਬ ਇੰਸਪੈਕਟਰ ਸਕੁਆਡ ਵਿੱਚ ਤੈਨਾਤ ਕੀਤਾ ਜਾਵੇਗਾ।
ਉਪ ਨਿਯਮ 4 ਜਾਂ ਸੱਸੇ ਅਨੁਸਾਰ ਬਾਕੀ ਹਰ ਤਰ੍ਹਾਂ ਦੇ ਕੈਦੀਆਂ ਨੂੰ ਤੀਜੇ ਦਰਜੇ ਦੇ ਰੇਲ ਡੱਬੇ ਵਿੱਚ ਭੇਜਿਆ ਜਾਵੇਗਾ, ਜਿਨ੍ਹਾਂ ਦੀਆਂ ਖਿੜਕੀਆਂ ਆਦਿ ਲੋਹੇ ਦੇ ਸਰੀਏ ਜਾਂ ਗ੍ਰਿਲਾਂ ਦੀਆਂ ਹੋਣਗੀਆਂ। ਆਮ ਤੌਰ 'ਤੇ ਐਸਕੌਰਟ ਦੀ ਗਿਣਤੀ ਉਹੀ ਹੋਵੇਗੀ ਜੋ ਉਪ ਨਿਯਮ ਐੜੇ ਵਿੱਚ ਦੱਸੀ ਗਈ ਹੈ। ਉਪ ਨਿਯਮ 5ਵਾਂ ਜਾਂ ਹਾਏ ਅਨੁਸਾਰ ਉਹਨਾਂ ਕੈਦੀਆਂ ਦੀ ਟਰਾਂਸਫਰ ਸਮੇਂ ਜਿਨ੍ਹਾਂ ਨੂੰ ਰਿਹਾਈ ਦੇ ਮੰਤਵ ਨਾਲ ਉਹਨਾਂ ਦੇ ਜ਼ਿਲ੍ਹੇ ਦੀ ਜੇਲ੍ਹ ਵਿੱਚ ਭੇਜਿਆ ਜਾ ਰਿਹਾ ਹੋਵੇ ਤਾਂ ਉਸ ਸਮੇਂ ਪੁਲਿਸ ਐਸਕੌਰਟ ਦੀ ਗਿਣਤੀ ਇਸ ਪ੍ਰਕਾਰ ਹੋਵੇਗੀ। ਜੇਕਰ ਕੈਦੀ ਦੀ ਗਿਣਤੀ 1 ਹੈ ਤਾਂ 2 ਕਾਂਸਟੇਬਲ। ਜੇ ਕੈਦੀ ਦੀ ਗਿਣਤੀ 2 ਤੋਂ ਲੈ ਕੇ 4 ਤੱਕ ਹੈ ਤਾਂ ਉਹਨਾਂ ਨਾਲ 3 ਕਾਂਸਟੇਬਲ ਦੀ ਤੈਨਾਤੀ ਕੀਤੀ ਜਾਵੇਗੀ। ਜੇ ਕੈਦੀਆਂ ਦੀ ਗਿਣਤੀ 5 ਤੋਂ ਲੈ ਕੇ 9 ਤੱਕ ਹੈ ਤਾਂ ਉਹਨਾਂ ਨਾਲ 1 ਹੈੱਡ ਕਾਂਸਟੇਬਲ ਤੇ 4 ਕਾਂਸਟੇਬਲ ਲਗਾਏ ਜਾਣਗੇ। ਤੇ ਜੇ ਕੈਦੀਆਂ ਦੀ ਗਿਣਤੀ 10 ਤੋਂ ਲੈ ਕੇ 12 ਵਿੱਚ ਹੈ ਤਾਂ ਉਹਨਾਂ ਨਾਲ 1 ਹੈੱਡ ਕਾਂਸਟੇਬਲ ਤੇ 6 ਕਾਂਸਟੇਬਲ ਲਗਾਏ ਜਾਣਗੇ। ਭਾਵ ਕਿ ਜੇ ਕੈਦੀਆਂ ਦੀ ਗਿਣਤੀ 12 ਵੀ ਹੁੰਦੀ ਹੈ ਤਾਂ ਟੋਟਲ 7 ਜਾਣਿਆਂ ਦੀ ਐਸਕੌਰਟ ਹੀ ਲਗਾਈ ਜਾਵੇਗੀ। ਉਪ ਨਿਯਮ 6 ਜਾਂ ਕੱਕੇ ਅਨੁਸਾਰ ਕੈਦੀਆਂ ਨੂੰ ਲੈ ਕੇ ਜਾ ਰਹੀ ਐਸਕੌਰਟ ਅਜਿਹੀ ਜਗ੍ਹਾ 'ਤੇ ਬੈਠੇਗੀ ਜਿੱਥੇ ਉਹ ਕੈਦੀਆਂ 'ਤੇ ਵੱਧ ਤੋਂ ਵੱਧ ਕੰਟਰੋਲ ਕਰ ਸਕੇ, ਪਰ ਇਸ ਤੋਂ ਇਲਾਵਾ ਇੰਨੀ ਜਗ੍ਹਾ ਵੀ ਨਹੀਂ ਰੋਕੇਗੀ ਜਿਨ੍ਹਾਂ ਨਾਲ ਕੈਦੀਆਂ ਨੂੰ ਫਸ ਕੇ ਬੈਠਣਾ ਪਵੇ। PPR 18.38 ਵਿੱਚ ਸੁਰੱਖਿਅਤ ਹਿਰਾਸਤ ਵਿੱਚ ਲੈ ਕੇ ਜਾਣ ਵਾਲੇ ਕੈਦੀਆਂ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ ਹੈ। ਉਪ ਨਿਯਮ 1 ਅਨੁਸਾਰ ਜਦੋਂ ਕੈਦੀਆਂ ਜਾਂ ਐਸਕੌਰਟ ਪਾਰਟੀ ਦੇ ਕਿਸੇ ਮੈਂਬਰ ਨੇ ਜੰਗਲ ਪਾਣੀ ਲਈ ਬਾਹਰ ਜਾਣਾ ਹੋਵੇ ਤਾਂ ਅਜਿਹੇ ਕਰਨ ਦੀ ਇਜਾਜ਼ਤ ਸਿਰਫ ਅਜਿਹੇ ਸਟੇਸ਼ਨ 'ਤੇ ਹੀ ਦਿੱਤੀ ਜਾਵੇਗੀ ਜਿੱਥੇ ਗੱਡੀ ਨੇ ਘੱਟੋ ਘੱਟ 10 ਮਿੰਟ ਲਈ ਰੁਕਣਾ ਹੋਵੇ। ਅਤੇ ਇਸ ਦੇ ਨਾਲ ਹੀ ਕੈਦੀਆਂ ਦੀ ਸੁਰੱਖਿਅਤ ਹਿਰਾਸਤ ਦਾ ਪ੍ਰਬੰਧ ਵੀ ਕਰ ਲਿਆ ਜਾਵੇਗਾ। ਜਦੋਂ ਵੀ ਰੇਲ ਗੱਡੀ ਬਦਲਣ ਜਾਂ ਐਕਸੀਡੈਂਟ ਆਦਿ ਹੋਣ ਕਰਕੇ ਸਟੇਸ਼ਨ 'ਤੇ ਉਤਰਨਾ ਹੋਵੇ ਤਾਂ ਐਸਕੌਰਟ ਦਾ ਇੱਕ ਹਿੱਸਾ ਡੱਬੇ ਵਿੱਚੋਂ ਪਹਿਲਾਂ ਉਤਰੇਗਾ ਅਤੇ ਇਸ ਤੋਂ ਬਾਅਦ ਕੈਦੀ ਉਤਰਨਗੇ ਅਤੇ ਉਹਨਾਂ ਨੇ ਉਤਰਦੇ ਹੀ ਲਾਈਨਬੰਦ ਹਾਲਾਤ ਵਿੱਚ ਲਿਜਾਇਆ ਜਾਵੇਗਾ ਅਤੇ ਕੈਦੀਆਂ ਨੂੰ ਉਤਾਰਦੇ ਹੀ ਲਾਈਨਬੰਦ ਹਾਲਤ ਵਿੱਚ ਲਿਜਾਇਆ ਜਾਵੇਗਾ। ਜਿੱਥੋਂ ਤੱਕ ਸੰਭਵ ਹੋ ਸਕੇ ਕੈਦੀਆਂ ਨੂੰ ਦੂਸਰੇ ਮੁਸਾਫਰਾਂ ਤੋਂ ਅਲੱਗ ਰੱਖਿਆ ਜਾਵੇਗਾ ਅਤੇ ਕਿਸੇ ਵੀ ਆਦਮੀ ਨੂੰ ਉਹਨਾਂ ਨਾਲ ਗੱਲਬਾਤ ਜਾਂ ਉਹਨਾਂ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਰ ਜੇਕਰ ਇਸ ਦੌਰਾਨ ਕੋਈ ਮੈਜਿਸਟਰੇਟ ਜਾਂ ਕੋਈ ਅਜਿਹਾ ਪੁਲਿਸ ਅਫਸਰ ਜਿਸ ਦਾ ਰੈਂਕ ਐਸਕੌਰਟ ਕਮਾਂਡ ਕਰਨ ਵਾਲੇ ਪੁਲਿਸ ਅਧਿਕਾਰੀ ਤੋਂ ਉੱਚਾ ਹੈ, ਜੇਕਰ ਉਹ ਕੈਦੀਆਂ ਨੂੰ ਮਿਲਣਾ ਚਾਹੁੰਦਾ ਜਾਂ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਗੱਡੀ ਦਾ ਇੰਤਜ਼ਾਰ ਕਰਦੇ ਸਮੇਂ ਐਸਕੌਰਟ ਕੈਦੀਆਂ ਦੇ ਆਲੇ ਦੁਆਲੇ ਘੇਰਾ ਪਾ ਕੇ ਰਹੇਗੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕੈਦੀਆਂ ਦੀ ਗਿਣਤੀ 4 ਤੋਂ ਵੱਧ ਹੋਵੇਗੀ ਤਾਂ ਐਸਕੌਰਟ ਦੇ ਸਿਰਫ ਉਹਨਾਂ ਮੈਂਬਰ ਇੱਕ ਸਮੇਂ ਉਸ ਸਥਾਨ ਨੂੰ ਛੱਡ ਕੇ ਜਾ ਸਕਣਗੇ ਜਿੰਨੇ ਕੈਦੀਆਂ ਦੇ ਭੱਜ ਨਿਕਲ ਆਸਾਨ ਨਾ ਬਣਾ ਸਕਣ। ਉਪ ਨਿਯਮ 2 ਅਨੁਸਾਰ ਉਪ ਨਿਯਮ 1 ਜਾਂ ਬਹੁਤ ਜ਼ਿਆਦਾ ਬਿਮਾਰ ਹੋਣ ਦੀ ਸੂਰਤ ਤੋਂ ਸਿਵਾਏ ਐਸਕੌਰਟ ਦਾ ਕੋਈ ਵੀ ਮੈਂਬਰ ਡੱਬਾ ਛੱਡ ਕੇ ਉਦੋਂ ਤੱਕ ਨਹੀਂ ਜਾਵੇਗਾ ਜਦੋਂ ਤੱਕ ਕੋਈ ਡਿਊਟੀ ਦਾ ਸਬੰਧ ਨਹੀਂ ਹੈ। ਉਪ ਨਿਯਮ 3 ਅਨੁਸਾਰ ਜਦੋਂ ਗੱਡੀ ਬਦਲ ਦੇ ਸਿਲਸਿਲੇ ਵਿੱਚ ਕਿਸੇ ਸਟੇਸ਼ਨ 'ਤੇ 1 ਘੰਟੇ ਤੋਂ ਜ਼ਿਆਦਾ ਰੁਕਣਾ ਹੋਵੇ ਤਾਂ ਅਜਿਹੀ ਸੂਰਤ ਵਿੱਚ ਐਸਕੌਰਟ ਕੈਦੀਆਂ ਨੂੰ ਰੇਲਵੇ ਸਟੇਸ਼ਨ ਜਾਂ ਲੋਕਲ ਡਿਸਟ੍ਰਿਕਟ ਸਟੇਸ਼ਨ 'ਤੇ ਲੈ ਕੇ ਜਾ ਸਕਦੀ ਹੈ ਅਤੇ ਉਹਨਾਂ ਕੈਦੀਆਂ ਨੂੰ ਉਸ ਸਮੇਂ ਦੌਰਾਨ ਉੱਥੇ ਹਵਾਲਾਤ ਵਿੱਚ ਰੱਖ ਸਕਦੀ ਹੈ। AIG, GRP ਅਤੇ ਸਾਰੇ SP ਆਪਣੇ ਆਪਣੇ ਥਾਣਿਆਂ ਨੂੰ ਕੈਦੀਆਂ ਨੂੰ ਪ੍ਰਾਪਤ ਕਰਨ ਬਾਰੇ ਅਤੇ ਐਸਕੌਰਟ ਨੂੰ ਪੂਰੀ ਮਦਦ ਦੇਣ ਬਾਰੇ ਹੁਕਮ ਜਾਰੀ ਕਰਨਗੇ।
ਉਪ ਨਿਯਮ 4 ਰਾਹੀਂ ਕਿਸੇ ਵੀ ਕਲਾਸ ਦੇ ਕੈਦੀ ਨੂੰ ਉਸ ਦੇ ਦੋਸਤ, ਰਿਸ਼ਤੇਦਾਰ ਜਾਂ ਹਮਦਰਦ ਤੋਂ ਕਿਸੇ ਤਰ੍ਹਾਂ ਦਾ ਤੋਹਫਾ, ਭੋਜਨ ਆਦਿ ਤੋਂ ਮਨ੍ਹਾ ਕੀਤਾ ਗਿਆ ਹੈ। ਉਪ ਨਿਯਮ 5 ਅਨੁਸਾਰ ਮੈਨੂਅਲ ਫਾਰ ਦੀ ਸੁਪਰਡੈਂਟ ਐਂਡ ਮੈਨੇਜਮੈਂਟ ਆਫ ਦੀ ਜੇਲ੍ਹ ਦੀ ਧਾਰਾ 44 ਅਨੁਸਾਰ ਸਿਵਾਏ ਅਜਿਹੀ ਸੂਰਤ ਵਿੱਚ ਜਦੋਂ ਇੱਕ ਕੈਦੀ ਇੱਕ ਜੇਲ੍ਹ ਤੋਂ ਦੂਜੇ ਜੇਲ੍ਹ ਵਿੱਚ ਟਰਾਂਸਫਰ ਹੋ ਰਿਹਾ ਹੋਵੇ, ਬਾਕੀ ਦੌਰਾਨ ਰਾਤ ਨੂੰ ਬੰਦੀ ਘਰ ਦੇ ਬੰਦ ਹੋ ਜਾਣ ਤੋਂ ਬਾਅਦ ਅਤੇ ਅਗਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਕਿਸੇ ਵੀ ਕੈਦੀ ਨੂੰ ਜੇਲ੍ਹ ਵਿੱਚ ਪ੍ਰਾਪਤ ਨਹੀਂ ਕੀਤਾ ਜਾਵੇਗਾ। ਧਾਰਾ 44 ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਅਸਕੌਟਾਂ ਇੱਕ ਜੇਲ੍ਹ ਤੋਂ ਕੈਦੀ ਪ੍ਰਾਪਤ ਕਰਕੇ ਦੂਸਰੀ ਜੇਲ੍ਹ ਵਿੱਚ ਲੈ ਕੇ ਜਾਂਦੀਆਂ ਹਨ, ਉਹਨਾਂ ਦੇ ਸਮੇਂ ਦੀ ਕੋਈ ਪਾਬੰਦੀ ਨਹੀਂ ਹੈ। ਇਸ ਲਈ ਉਹ ਆਪਣੀ ਪਹੁੰਚ ਵਾਲੇ ਸਟੇਸ਼ਨ 'ਤੇ ਪਹੁੰਚਦੇ ਸਾਰ ਹੀ ਅਜਿਹੇ ਕੈਦੀਆਂ ਨੂੰ ਸਿੱਧੇ ਲੈ ਕੇ ਜੇਲ੍ਹ ਵਿੱਚ ਦਾਖਲ ਕਰਵਾ ਸਕਦੇ ਹਨ। ਜੇਕਰ ਅਜਿਹਾ ਸੰਭਵ ਨਾ ਹੋਵੇ ਤਾਂ ਪਹੁੰਚ ਵਾਲੇ ਸਟੇਸ਼ਨ 'ਤੇ ਕੈਦੀਆਂ ਨੂੰ GRP ਦੇ ਲੌਕਅਪ ਜਾਂ ਲੋਕਲ ਡਿਸਟ੍ਰਿਕਟ ਪੁਲਿਸ ਸਟੇਸ਼ਨ ਦੇ ਲੌਕਅਪ ਦੀ ਹਿਰਾਸਤ ਵਿੱਚ ਰੱਖਿਆ ਜਾਵੇਗਾ। ਉਪ ਨਿਯਮ 6 ਅਨੁਸਾਰ ਡਿਊਟੀ 'ਤੇ ਚੱਲਣ ਤੋਂ ਪਹਿਲਾਂ ਐਸਕੌਟ ਦੇ ਸਾਰੇ ਮੁਲਾਜ਼ਮਾਂ ਨੂੰ ਇਸ ਰੂਲ ਵਿੱਚ ਦੱਸੀਆਂ ਐਸਕੌਟ ਦੀਆਂ ਸਾਰੀਆਂ ਡਿਊਟੀਆਂ ਬਾਰੇ ਚੰਗੀ ਤਰ੍ਹਾਂ ਜਾਣੂ ਕਰਾਇਆ ਜਾਵੇਗਾ ਅਤੇ ਜਦੋਂ ਕੈਦੀ ਸਪੈਸ਼ਲ ਕਲਾਸ ਦਾ ਹੋਵੇ ਤਾਂ ਐਸਕੌਟ ਕਰਨ ਵਾਲੇ ਮੁਲਾਜ਼ਮ ਦੀ ਚੋਣ GO ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਭਾਵੇਂ ਇਹ ਰੂਲ ਕੈਦੀਆਂ ਨੂੰ ਰੇਲ ਰਾਹੀਂ ਐਸਕੌਟ ਕਰਕੇ ਲੈ ਕੇ ਜਾਣ ਨਾਲ ਹੀ ਸੰਬੰਧ ਰੱਖਦਾ ਹੋਵੇ, ਪਰ ਹੋਰ ਤਬਦੀਲੀਆਂ ਜਦੋਂ ਕੈਦੀਆਂ ਨੂੰ ਕਿਸੇ ਹੋਰ ਟਰਾਂਸਪੋਰਟ ਦੇ ਸਾਧਨ ਰਾਹੀਂ ਲੈ ਕੇ ਜਾਣਾ ਹੋਵੇ ਤਾਂ ਉਸ ਸਮੇਂ ਵੀ ਇਹ ਕਾਨੂੰਨ ਲਾਗੂ ਹੋਵੇਗਾ ਜਾਂ ਇਹ ਨਿਯਮ ਲਾਗੂ ਹੋਣਗੇ। PPR 18.39 ਵਿੱਚ ਕੈਦੀਆਂ ਦੀ ਸੁਰੱਖਿਆ ਅਤੇ ਸਿਹਤ ਬਾਰੇ ਦੱਸਿਆ ਗਿਆ ਹੈ। ਜਦੋਂ ਵੀ ਪੁਲਿਸ ਸਕਾਡ ਪ੍ਰਿਜ਼ਨ ਵੈਨ ਜਾਂ ਵੱਖਰੇ ਡੱਬੇ ਵਿੱਚ ਸਫ਼ਰ ਕਰਦੀ ਹੈ ਜੋ ਯਾਤਰੀਆਂ ਦੇ ਡੱਬੇ ਨਾਲੋਂ ਵੱਖਰਾ ਹੈ, ਤਾਂ 2 ਕਾਂਸਟੇਬਲ ਉਹਨਾਂ ਕੈਦੀਆਂ 'ਤੇ ਸੰਤਰੀ ਲਗਾਏ ਜਾਣਗੇ ਜੋ ਹਰ 2 ਘੰਟੇ ਬਾਅਦ ਬਦਲੇ ਜਾਣਗੇ। ਇਸ ਤੋਂ ਇਲਾਵਾ ਹਰ ਉਹ ਸਟੇਸ਼ਨ ਜਿੱਥੇ ਗੱਡੀ ਨੇ 15 ਜਾਂ 15 ਮਿੰਟ ਤੋਂ ਵੱਧ ਰੁਕਣਾ ਹੋਵੇ ਤਾਂ ਐਸਕੌਟ ਦਾ ਕਮਾਂਡ ਅਫਸਰ ਖੁਦ ਚੈੱਕ ਕਰੇਗਾ ਕਿ ਖਿੜਕੀਆਂ ਦੇ ਸਰੀਏ ਆਦਿ ਸਹੀ ਹਨ, ਕਿਸੇ ਕੈਦੀ ਨੂੰ ਸਰੀਰਕ ਤਕਲੀਫ ਤਾਂ ਨਹੀਂ, ਡੱਬੇ ਦੀ ਸਫਾਈ ਦਾ ਇੰਤਜ਼ਾਮ ਕਰਵਾਇਆ ਜਾਵੇਗਾ ਅਤੇ ਪਾਣੀ ਦੀ ਟੈਂਕੀ ਭਰਾਈ ਜਾਵੇਗੀ ਅਤੇ ਕੈਦੀਆਂ ਲਈ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਵੀ ਕਰਵਾਇਆ ਜਾਵੇਗਾ। PPR 18.40 ਵਿੱਚ ਕੈਦੀਆਂ ਦੀ ਤਲਾਸ਼ੀ ਅਤੇ ਸਪੁਰਦਗੀ ਬਾਰੇ ਦੱਸਿਆ ਗਿਆ ਹੈ। ਦੱਸਿਆ ਗਿਆ ਹੈ ਕਿ ਐਸਕੌਟ ਨੂੰ ਬਦਲੀ ਕਰਨ ਸਮੇਂ ਸਟੇਸ਼ਨ 'ਤੇ ਕੈਦੀਆਂ ਨੂੰ ਦੇਣ ਵਾਲੀ ਅਤੇ ਪ੍ਰਾਪਤ ਕਰਨ ਵਾਲੀ ਐਸਕੌਟ ਦੇ ਸੀਨੀਅਰ ਅਫਸਰ ਅਤੇ ਜੇਲ੍ਹ ਦੇ ਅਫਸਰਾਂ ਦੀ ਮੌਜੂਦਗੀ ਵਿੱਚ ਸਾਰੇ ਕੈਦੀਆਂ ਦੀ ਤਲਾਸ਼ੀ ਲਈ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਹਾਲਾਤਾਂ ਵਿੱਚ ਜਿੱਥੇ ਕੈਦੀ ਰਾਤ ਦੇ ਅੰਦਰ ਵਿੱਚ ਹੀ ਟਰਾਂਸਫਰ ਕੀਤਾ ਜਾ ਰਿਹਾ ਹੋਵੇ, ਐਸਕੌਟ ਦੀ ਕਮਾਂਡ ਕਰਨ ਵਾਲਾ ਅਫਸਰ ਇਸ ਗੱਲ ਲਈ ਜ਼ਿੰਮੇਵਾਰ ਹੋਵੇਗਾ ਕਿ ਲੋਹੇ ਦੇ ਫਰੇਮ, ਖਿੜਕੀਆਂ ਦੀਆਂ ਗਰਿੱਲਾਂ ਦੇ ਲੱਗੇ ਤਾਲੇ ਅਤੇ ਚਾਬੀਆਂ ਪਹੁੰਚ ਵਾਲੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਕੋਲ ਜਮ੍ਹਾਂ ਕਰਾ ਕੇ ਰਸੀਦ ਲੈ ਲਵੇ। ਪਰੰਤੂ ਜੇਕਰ ਕੈਦੀ ਦੂਜੇ ਪ੍ਰਾਂਤ ਵਿੱਚ ਲੈ ਕੇ ਜਾਏ ਜਾ ਰਹੇ ਹੋਣ ਤਾਂ ਇਹ ਸਭ ਜ਼ਿੰਮੇਵਾਰੀ ਜੇਲ੍ਹ ਵਾਰਡਨ ਦੀ ਹੋਵੇਗੀ। ਜੇਕਰ ਕੋਈ ਗ੍ਰਿਲ ਜਾਂ ਤਾਲਾ ਚਾਬੀ ਆਦਿ ਟੁੱਟੇ ਹੋਏ ਜਾਂ ਖਰਾਬ ਹਾਲਤ ਵਿੱਚ ਮਿਲਣ ਜਾਂ ਸਫ਼ਰ ਦੌਰਾਨ ਕੈਦੀਆਂ ਨੇ ਉਹਨਾਂ ਨੂੰ ਤੋੜ ਦਿੱਤਾ ਹੋਵੇ ਜਾਂ ਖਰਾਬ ਕਰ ਦਿੱਤਾ ਹੋਵੇ ਤਾਂ ਸਫ਼ਰ ਦੇ ਅੰਤ ਵਿੱਚ ਐਸਕੌਟ ਦੇ ਇੰਚਾਰਜ ਜਾਂ ਜੇਲ੍ਹ ਦੇ ਵਾਰਡਨ ਨਿਯਮ ਅਨੁਸਾਰ ਨੇੜੇ ਦੇ SP ਸਾਹਿਬ ਨੂੰ ਇਸ ਗੱਲ ਦੀ ਸੂਚਨਾ ਦੇਣਗੇ, ਜੋ ਸਾਰੀ ਗੱਲ ਰੇਲ ਦੇ ਚੀਫ ਕਮਰਸ਼ੀਅਲ ਮੈਨੇਜਰ ਨੂੰ ਸਪਸ਼ਟ ਕਰਨਗੇ। ਜੇਕਰ ਤਾਲੇ PPR ਰੂਲ ਨੰਬਰ 18.33 ਅਨੁਸਾਰ ਪੁਲਿਸ ਵੱਲੋਂ ਦਿੱਤੇ ਗਏ ਹਨ ਤਾਂ ਪਹੁੰਚ ਵਾਲੇ ਸਟੇਸ਼ਨ ਉੱਤੇ ਉਹਨਾਂ ਨੂੰ ਪੁਲਿਸ ਲਾਈਨ ਵਿੱਚ ਜਮ੍ਹਾਂ ਕਰਾ ਦਿੱਤਾ ਜਾਵੇਗਾ, ਜੋ ਉਹਨਾਂ ਨੂੰ ਵਾਪਸ ਜ਼ਿਲ੍ਹੇ ਨੂੰ ਭੇਜਣ ਦੇ ਜ਼ਿੰਮੇਵਾਰ ਹੋਣਗੇ। PPR 18.41 ਵਿੱਚ ਰੇਲ ਦੀ ਰਿਜ਼ਰਵੇਸ਼ਨ ਬਾਰੇ ਦੱਸਿਆ ਗਿਆ ਹੈ।
ਉਪ ਨਿਯਮ 1 ਅਨੁਸਾਰ ਜੇਕਰ ਪਾਗਲ ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿੱਚ ਰੇਲ ਗੱਡੀ ਰਾਹੀਂ ਭੇਜਿਆ ਜਾਂਦਾ ਹੈ ਅਤੇ ਜਦੋਂ ਵੀ ਅਜਿਹੇ ਕੈਦੀਆਂ ਅਤੇ ਐਸਕੌਰਟ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ 3 ਤੋਂ ਵੱਧ ਹੋ ਜਾਵੇ ਤਾਂ ਅਜਿਹੀ ਪਾਰਟੀ ਲਈ ਇੱਕ ਜਾਂ ਇੱਕ ਤੋਂ ਜ਼ਿਆਦਾ ਕੰਪਾਰਟਮੈਂਟ ਰਿਜ਼ਰਵ ਕੀਤੇ ਜਾਣਗੇ। ਉਪ ਨਿਯਮ 2 ਅਨੁਸਾਰ ਜੇਕਰ ਕੈਦੀ ਮੁਕੱਦਮੇ ਦੀ ਸਮਾਇਤ ਲਈ ਭੇਜੇ ਜਾ ਰਹੇ ਹਨ ਤਾਂ ਉਹਨਾਂ ਨੂੰ ਇਸ ਤਰ੍ਹਾਂ ਭੇਜਿਆ ਜਾਵੇਗਾ ਕਿ ਡੱਬਿਆਂ ਨੂੰ ਰਿਜ਼ਰਵ ਕਰਾਉਣ ਦੀ ਜ਼ਰੂਰਤ ਨਾ ਪਵੇ ਜਾਂ ਰਿਜ਼ਰਵ ਕਰਾਏ ਵੀ ਨੇ ਤੇ ਡੱਬੇ ਪੂਰੀ ਤਰ੍ਹਾਂ ਭਰ ਜਾਣ। ਉਪ ਨਿਯਮ 3 ਅਨੁਸਾਰ ਜਦੋਂ ਐਸਕੌਰਟ ਪਾਰਟੀ ਵੀ ਉਸੇ ਡੱਬੇ ਵਿੱਚ ਸਫ਼ਰ ਕਰ ਰਹੀ ਹੋਵੇ ਜਿਸ ਵਿੱਚ ਕੈਦੀ ਹਨ ਅਤੇ ਡੱਬੇ ਰਿਜ਼ਰਵ ਹਨ ਤਾਂ ਕਦੇ ਵੀ ਉਸ ਡੱਬੇ ਵਿੱਚ ਉਸ ਡੱਬੇ ਦੀ ਕਪੈਸਿਟੀ ਤੋਂ ਜ਼ਿਆਦਾ ਵਿਅਕਤੀਆਂ ਨੂੰ ਨਹੀਂ ਬਿਠਾਇਆ ਜਾਵੇਗਾ। ਉਪ ਨਿਯਮ 4 ਅਨੁਸਾਰ ਟਿਕਟਾਂ ਕੈਦੀਆਂ ਨੂੰ ਭੇਜਣ ਵਾਲੇ ਜ਼ਿਲ੍ਹੇ ਵੱਲੋਂ ਹੀ ਲਈਆਂ ਜਾਣਗੀਆਂ ਅਤੇ ਉਸ ਸਟੇਸ਼ਨ ਤੱਕ ਲਈਆਂ ਜਾਣਗੀਆਂ ਜਿੱਥੇ ਤੱਕ ਕੈਦੀਆਂ ਨੇ ਜਾਣਾ ਹੈ। ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਰਸਤੇ ਵਿੱਚ ਐਸਕੌਰਟ ਬਦਲਣੀ ਹੋਵੇ ਤਾਂ ਬਦਲੀ ਵਾਲੇ ਸਟੇਸ਼ਨ ਤੱਕ ਹੀ ਟਿਕਟਾਂ ਲਈਆਂ ਜਾਣਗੀਆਂ। ਉਪ ਨਿਯਮ 5 ਅਨੁਸਾਰ ਅਜਿਹੇ ਕੇਸਾਂ ਵਿੱਚ ਜਦੋਂ ਪੰਜਾਬ ਪੁਲਿਸ ਦੀ ਐਸਕੌਰਟ ਪੰਜਾਬ ਤੋਂ ਬਾਹਰ ਜਾਂਦੀ ਹੈ ਜਾਂ ਦੂਜੇ ਜ਼ਿਲ੍ਹੇ ਦੀ ਐਸਕੌਰਟ ਪੰਜਾਬ ਵਿੱਚ ਦਾਖਲ ਹੁੰਦੀ ਹੈ ਅਤੇ ਜਿਨ੍ਹਾਂ ਨੂੰ 18.42 ਵਿੱਚ ਸੜਕ ਰਾਹੀਂ ਐਸਕੌਰਟ ਭੇਜਣ ਵਾਲੇ ਅਫਸਰ ਦੀ ਜ਼ਿੰਮੇਵਾਰੀ ਬਾਰੇ ਦੱਸਿਆ ਗਿਆ ਹੈ ਅਤੇ ਜਿਸ ਨੂੰ ਅਪੈਂਡਿਕਸ 18.49 ਦੇ ਇੱਕ ਫਿਕਰੇ ਤਹਿਤ ਰਿਲੀਵ ਨਹੀਂ ਕੀਤਾ ਜਾਂਦਾ ਤਾਂ ਜਿਸ ਜ਼ਿਲ੍ਹੇ ਵਿੱਚ ਉਸ ਨੂੰ ਰਿਲੀਵ ਕੀਤਾ ਜਾਵੇਗਾ ਉਸ ਜ਼ਿਲ੍ਹੇ ਦੇ ਸੁਪਰਡੈਂਟ ਪੁਲਿਸ ਉਸ ਐਸਕੌਰਟ ਨੂੰ ਉਸ ਸਥਾਨ ਤੱਕ ਵਾਪਸ ਜਾਣ ਦਾ ਕਿਰਾਇਆ ਦੇਵੇਗਾ ਜਿਸ ਸਥਾਨ ਤੱਕ ਰਿਲੀਵਿੰਗ ਬਣਦੀ ਸੀ ਅਤੇ ਅਜਿਹਾ ਕਿਰਾਇਆ ਉਸ ਸੂਬੇ ਤੋਂ ਰਿਕਵਰ ਨਹੀਂ ਕੀਤਾ ਜਾਵੇਗਾ। 18.42 ਵਿੱਚ ਸੜਕ ਰਾਹੀਂ ਐਸਕੌਰਟ ਭੇਜਣ ਵਾਲੇ ਅਫਸਰ ਦੀ ਜ਼ਿੰਮੇਵਾਰੀ ਬਾਰੇ ਦੱਸਿਆ ਗਿਆ ਹੈ। ਉਪ ਨਿਯਮ 1 ਅਨੁਸਾਰ ਜਦੋਂ ਵੀ ਪੁਲਿਸ ਅਫਸਰ ਕੈਦੀਆਂ ਨੂੰ ਸੜਕ ਰਾਹੀਂ ਲੈ ਜਾਣ ਲਈ ਐਸਕੌਰਟ ਭੇਜੇਗਾ ਤਾਂ ਉਹ ਇਸ ਗੱਲ ਲਈ ਜ਼ਿੰਮੇਵਾਰ ਹੋਵੇਗਾ ਕਿ ਸਹੀ ਅਤੇ ਪੂਰੀ ਐਸਕੌਰਟ ਭੇਜੀ ਗਈ ਸੀ। ਭਾਵ ਜਦੋਂ ਐਸਕੌਰਟ ਸਿਰਫ 1 ਜਾਂ 2 ਕਾਂਸਟੇਬਲ ਹੋਣ ਤਾਂ ਉਹਨਾਂ ਦੀ ਸਰੀਰਕ ਤਾਕਤ ਉਹਨਾਂ ਦੀ ਹਿਰਾਸਤ ਵਿੱਚ ਭੇਜੇ ਜਾ ਰਹੇ ਕੈਦੀਆਂ ਦੇ ਬਰਾਬਰ ਜਾਂ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਜਦੋਂ ਦੋਸ਼ੀ ਖਤਰਨਾਕ ਹੋਵੇ ਜਾਂ ਜਦੋਂ ਆਮ ਲੋਕਾਂ ਦੀਆਂ ਭਾਵਨਾਵਾਂ ਕੈਦੀਆਂ ਦੇ ਹੱਕ ਵਿੱਚ ਹੋਣ ਜਾਂ ਉਹਨਾਂ ਦੇ ਖਿਲਾਫ ਹੋਣ ਜਾਂ ਅਪਰਾਧ ਦੇ ਸੰਬੰਧ ਵਿੱਚ ਭੜਕੀਆਂ ਹੋਈਆਂ ਹੋਣ ਤਾਂ ਅਜਿਹੇ ਵਿਸ਼ੇਸ਼ ਹਾਲਾਤਾਂ ਵਿੱਚ ਐਸਕੌਰਟ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਵਧਾਈ ਜਾਵੇਗੀ। ਇਸ ਤੋਂ ਇਲਾਵਾ ਗਰਮੀਆਂ ਦੇ ਮੌਸਮ ਵਿੱਚ ਕੈਦੀਆਂ ਨੂੰ ਸੜਕ 'ਤੇ ਪੈਦਲ ਨਹੀਂ ਤੋਰਿਆ ਜਾਵੇਗਾ ਜੋ ਟਾਈਮ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ A ਅਤੇ B ਕਲਾਸ ਦੇ ਮੁਜਰਮਾਂ ਨੂੰ ਅਤੇ ਚੰਗੀ ਕਲਾਸ ਦੇ ਸਮਾਇਤ ਹੇਠ ਦੋਸ਼ੀਆਂ ਨੂੰ ਸੜਕ ਸਰਫ ਕਰਦੇ ਸਮੇਂ ਬੱਸ ਰਾਹੀਂ ਜਾਂ ਕਿਸੇ ਹੋਰ ਯੋਗ ਸਵਾਰੀ ਰਾਹੀਂ ਲੈ ਕੇ ਜਾਇਆ ਜਾਵੇਗਾ। ਉਪ ਨਿਯਮ 2 ਅਨੁਸਾਰ ਐਸਕੌਰਟ ਨੂੰ ਕਦੇ ਵੀ ਕੈਦੀਆਂ ਦਾ ਕੋਈ ਸਮਾਨ ਲੈ ਕੇ ਜਾਣ ਲਈ ਨਹੀਂ ਦਿੱਤਾ ਜਾਵੇਗਾ। ਐਸਕੌਰਟ ਦਾ ਕਮਾਂਡਿੰਗ ਅਫਸਰ ਜੇਲ੍ਹ ਅਧਿਕਾਰੀ ਜਾਂ ਭੇਜਣ ਵਾਲੇ ਅਧਿਕਾਰੀ ਤੋਂ ਕੈਦੀਆਂ ਦੀ ਤਬਦੀਲੀ ਬਾਰੇ ਦਸਤਾਵੇਜ਼ ਥੋੜ੍ਹਾ ਧਨ ਚਾਹੇ ਉਹ ਕੈਦੀਆਂ ਦਾ ਹੋਵੇ ਜਾਂ ਰਾਹ ਦੇ ਖਰਚੇ ਲਈ ਹੋਵੇ ਅਤੇ ਬੇੜੀਆਂ ਦੀਆਂ ਚਾਬੀਆਂ ਪ੍ਰਾਪਤ ਕਰੇਗਾ। ਜੇਕਰ ਕੋਈ ਜਾਇਦਾਦ ਕੈਦੀਆਂ ਦੇ ਨਾਲ ਭੇਜੀ ਜਾਂਦੀ ਹੈ ਤਾਂ ਢੋਆ ਢਵਾਈ ਦਾ ਖਰਚ ਅਤੇ ਕੈਦੀਆਂ ਦੇ ਬਿਸਤਰਿਆਂ ਦਾ ਖਰਚ ਜੇਲ੍ਹ ਵਿਭਾਗ ਤੋਂ ਹਾਸਲ ਕੀਤਾ ਜਾਵੇਗਾ। PPR 18.43 ਵਿੱਚ ਕੈਦੀਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਬਾਰੇ ਦੱਸਿਆ ਗਿਆ ਹੈ। ਉਪ ਨਿਯਮ 1 ਅਨੁਸਾਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਅਤੇ ਪੁਲਿਸ ਹਿਰਾਸਤ ਵਿੱਚ ਰਿਮਾਂਡ ਕੀਤੇ ਵਿਅਕਤੀਆਂ ਦੀ ਖੁਰਾਕ ਬਾਰੇ PPR ਦੇ ਚੈਪਟਰ ਨੰਬਰ 26 ਦੇ ਰੂਲ ਵਿੱਚ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਜੇਲ੍ਹਾਂ ਤੋਂ ਅਦਾਲਤ ਨੂੰ ਐਸਕੌਰਟ ਕਰਕੇ ਜਿਨ੍ਹਾਂ ਕੈਦੀਆਂ ਨੂੰ ਲਿਆਇਆ ਜਾਂਦਾ ਹੈ ਉਹਨਾਂ ਦੀ ਖੁਰਾਕ ਬਾਰੇ ਜੇਲ੍ਹ ਮੈਨੂਅਲ ਦੇ ਪੈਰਾ
758 ਵਿੱਚ ਦੱਸਿਆ ਗਿਆ ਹੈ। ਉਸ ਦੇ ਅਨੁਸਾਰ ਜਦੋਂ ਅਦਾਲਤ ਜਿੱਥੋਂ ਕੈਦੀ ਨੂੰ ਲੈ ਕੇ ਜਾਣਾ ਹੋਵੇ ਜੇਲ੍ਹ ਵਾਲੇ ਸ਼ਹਿਰ ਵਿੱਚ ਹੀ ਹੋਵੇ ਤਾਂ ਜੇਲ੍ਹ ਦਾ ਇੰਚਾਰਜ ਅਫਸਰ ਕੈਦੀਆਂ ਦੀਆਂ ਪੱਕਿਆ ਪਕਾਇਆ ਖਾਣਾ ਸਪਲਾਈ ਕਰਨ ਦਾ ਜ਼ਿੰਮੇਵਾਰ ਹੋਵੇਗਾ। ਪਰ ਜਦੋਂ ਅਦਾਲਤ ਦੂਰ ਹੋਵੇ ਤਾਂ ਜੇਲ੍ਹ ਦਾ ਇੰਚਾਰਜ ਐਸਕੌਰਟ ਦੇ ਕਮਾਂਡਿੰਗ ਅਫਸਰ ਨੂੰ ਜੇਲ੍ਹ ਵਿਭਾਗ ਵੱਲੋਂ ਨਿਸ਼ਚਿਤ ਦਰਾਂ ਦੇ ਅਨੁਸਾਰ ਕੈਦੀਆਂ ਲਈ ਭੋਜਨ ਖਰੀਦਣ ਲਈ ਨਕਦ ਰਾਸ਼ੀ ਦੇਵੇਗਾ। ਉਪ ਨਿਯਮ 2 ਅਨੁਸਾਰ ਜਦੋਂ ਕੈਦੀਆਂ ਨੂੰ ਟਰਾਂਸਫਰ ਕੀਤਾ ਜਾਣਾ ਹੋਵੇ ਤਾਂ ਚੱਲਣ ਤੋਂ ਪਹਿਲਾਂ ਉਹਨਾਂ ਨੂੰ ਪੱਕਿਆ ਹੋਇਆ ਖਾਣਾ ਦਿੱਤਾ ਜਾਵੇਗਾ ਅਤੇ ਜੇਕਰ ਸਫ਼ਰ 12 ਘੰਟੇ ਤੋਂ ਵੱਧ ਪਰ 18 ਘੰਟੇ ਤੋਂ ਘੱਟ ਦਾ ਹੋਵੇ ਤਾਂ ਪੁਲਿਸ ਐਸਕੌਰਟ ਦੇ ਹਵਾਲੇ ਕਰਨ ਤੋਂ ਪਹਿਲਾਂ ਹਰ ਇੱਕ ਕੈਦੀ ਨੂੰ ਭੁੰਨੇ ਹੋਏ ਛੋਲੇ ਅਤੇ ਗੁੜ ਜਾਂ ਅਜਿਹਾ ਰਾਸ਼ਨ ਜੋ ਜੇਲ੍ਹ ਦੇ ਨਿਯਮ ਅਨੁਸਾਰ ਨਿਸ਼ਚਿਤ ਕੀਤਾ ਹੋਵੇ ਦਿੱਤਾ ਜਾਵੇਗਾ। ਟਰਾਂਸਫਰ ਦੀ ਸੂਰਤ ਵਿੱਚ ਜਦੋਂ ਸਮਾਂ 18 ਘੰਟੇ ਤੋਂ ਵੱਧ ਦਾ ਲੱਗਣਾ ਹੋਵੇ ਤਾਂ ਕੈਦੀਆਂ ਦੇ ਨਾਲ ਜਾ ਰਹੇ ਜੇਲ੍ਹ ਦੇ ਵਾਰਡਨ ਜਾਂ ਐਸਕੌਰਟ ਦੇ ਕਮਾਂਡਿੰਗ ਅਫਸਰ ਨੂੰ ਕੈਦੀਆਂ ਦੇ ਲਈ ਭੋਜਨ ਖਰੀਦਣ ਲਈ ਨਕਦ ਰਾਸ਼ੀ ਨਿਸ਼ਚਿਤ ਦਰਾਂ ਅਨੁਸਾਰ ਦਿੱਤੀ ਜਾਵੇਗੀ। ਨਕਦ ਰਾਸ਼ੀ ਬਾਰੇ PPR ਦੇ ਰੂਲ ਨੰਬਰ 26.27 ਦੇ ਉਪ ਨਿਯਮ 1 ਵਿੱਚ ਦੱਸਿਆ ਗਿਆ ਹੈ। ਉਪ ਨਿਯਮ 3 ਅਨੁਸਾਰ ਜਦੋਂ ਪੁਲਿਸ ਅਫਸਰ ਨੂੰ ਨਕਦ ਰਾਸ਼ੀ ਦਿੱਤੀ ਜਾਵੇਗੀ ਤਾਂ ਉਹ ਇਸ ਬਾਰੇ ਰਸੀਦ ਦੇਵੇਗਾ ਅਤੇ ਐਸਕੌਰਟ ਡਿਊਟੀ ਦੇ ਪੂਰਾ ਹੋਣ 'ਤੇ ਆਪਣੀ ਡਿਊਟੀ ਰਿਪੋਰਟ ਦੇ ਨਾਲ ਰਸੀਦਾਂ ਆਦਿ ਦੀ ਮਦਦ ਨਾਲ ਖਰਚੇ ਦਾ ਵੇਰਵਾ ਵੀ ਦੇਵੇਗਾ। ਜੇਕਰ ਉਹ ਰਸੀਦਾਂ ਨਹੀਂ ਦੇਵੇਗਾ ਤਾਂ ਇਸ ਬਾਰੇ ਤਸੱਲੀਬਖਸ਼ ਜਵਾਬ ਦੇਣਾ ਪਵੇਗਾ। ਉਪ ਨਿਯਮ 4 ਅਨੁਸਾਰ ਜਦੋਂ ਟਰਾਂਸਫਰ ਕੀਤੇ ਜਾਣ ਵਾਲੇ ਕੈਦੀਆਂ ਦੀ ਗਿਣਤੀ 10 ਤੋਂ ਵੱਧ ਹੋਵੇ ਤਾਂ ਜੇਲ੍ਹ ਦਾ ਇੱਕ ਅਫਸਰ ਉਹਨਾਂ ਦੇ ਨਾਲ ਭੇਜਿਆ ਜਾਵੇਗਾ। ਅਜਿਹੀ ਹਾਲਤ ਵਿੱਚ ਕੈਦੀਆਂ ਦੇ ਰਾਸ਼ਨ ਪਾਣੀ ਆਦਿ ਦਾ ਇੰਤਜ਼ਾਮ ਉਸ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੈਦੀਆਂ ਦੀ ਗਿਣਤੀ 10 ਤੋਂ ਘੱਟ ਹੈ ਤਾਂ ਜੇਲ੍ਹ ਦਾ ਇੱਕ ਅਫਸਰ ਉਹਨਾਂ ਨੂੰ ਰੇਲਵੇ ਸਟੇਸ਼ਨ 'ਤੇ ਵਿਦਾ ਕਰਨ ਲਈ ਜਾਵੇਗਾ, ਜੋ ਕਿ ਯਾਤਰਾ ਹੋਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਧਿਆਨ ਰੱਖੇਗਾ। ਪਹਿਲਾ, ਜੇਕਰ ਡੱਬੇ ਵਿੱਚ ਪੱਕੇ ਤੌਰ 'ਤੇ ਪੀਣ ਦੇ ਪਾਣੀ ਵਾਲਾ ਟੈਂਕ ਨਹੀਂ ਹੈ ਤਾਂ ਇੱਕ ਜ਼ਿੰਕ ਦੀ ਬਾਲਟੀ ਭਰ ਕੇ ਪੀਣ ਵਾਲੀ ਪਾਣੀ ਦੀ ਹੋਣੀ ਚਾਹੀਦੀ ਹੈ। ਦੂਜਾ, ਹਰ ਇੱਕ ਕੈਦੀ ਲਈ ਇੱਕ ਗੜਵੀ ਪੀਣ ਵਾਲਾ ਪਾਣੀ ਰੱਖਿਆ ਹੋਣਾ ਚਾਹੀਦਾ ਹੈ। ਤੀਜਾ, ਸ਼ੌਚਾਲਯ ਅਤੇ ਸਫਾਈ ਦੇ ਮੰਤਵ ਲਈ ਇੱਕ ਜ਼ਿੰਕ ਦੀ ਬਾਲਟੀ ਭਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇਕਰ ਜੇਲ੍ਹ ਵਿਭਾਗ ਦਾ ਕੋਈ ਅਫਸਰ ਕੈਦੀਆਂ ਨਾਲ ਨਹੀਂ ਜਾ ਰਿਹਾ ਤਾਂ ਐਸਕੌਰਟ ਦਾ ਇੰਚਾਰਜ ਜੇਕਰ ਜ਼ਰੂਰਤ ਹੋਵੇ ਰਾਹ ਵਿੱਚ ਪੈਂਦੇ ਸਾਰੇ ਮੁੱਖ ਰੇਲਵੇ ਸਟੇਸ਼ਨ ਮਾਸਟਰਾਂ ਨੂੰ ਅਗੇਤਰ ਤੌਰ 'ਤੇ ਪਾਣੀ ਅਤੇ ਖੁਰਾਕ ਦੀ ਜ਼ਰੂਰਤ ਬਾਰੇ ਸੂਚਨਾ ਦੇ ਦੇਵੇਗਾ। ਉਪ ਨਿਯਮ 5 ਅਨੁਸਾਰ ਇੰਚਾਰਜ ਐਸਕੌਰਟ ਦੀ ਇਹ ਵੀ ਡਿਊਟੀ ਬਣਦੀ ਹੈ ਕਿ ਉਹ ਵੇਖੇ ਜਿਹੜਾ ਕੈਦੀ ਪਹਿਲਾਂ ਤੋਂ ਜੇਲ੍ਹ ਵਿੱਚ ਨਹੀਂ ਸੀ ਉਹਨਾਂ ਨੂੰ ਜੇਲ੍ਹ ਵਿੱਚ ਛੱਡਣ ਤੋਂ ਪਹਿਲਾਂ ਖਾਣਾ ਖਿਲਾਏਗਾ ਜੇਕਰ ਉਹਨਾਂ ਨੂੰ ਜੇਲ੍ਹ ਵਿੱਚ ਉਸ ਸਮੇਂ ਪਹੁੰਚਾਉਣ ਦਾ ਸੰਭਾਵਨਾ ਹੋਵੇ ਜਦੋਂ ਖਾਣਾ ਨਹੀਂ ਮਿਲੇਗਾ। PPR 18.44 ਵਿੱਚ ਸੜਕ ਰਾਹੀਂ ਐਸਕੌਰਟ ਕਰਦੇ ਸਮੇਂ ਮੁਲਾਜ਼ਮਾਂ ਦੀ ਗਿਣਤੀ ਬਾਰੇ ਦੱਸਿਆ ਗਿਆ ਹੈ। ਇਸ ਨਿਯਮ ਅਨੁਸਾਰ ਜਦੋਂ ਕੈਦੀਆਂ ਨੂੰ ਸੜਕ ਰਾਹੀਂ ਜਾਂ ਪੈਦਲ ਐਸਕੌਰਟ ਕੀਤਾ ਜਾਵੇਗਾ ਤਾਂ ਹਰ ਇੱਕ ਕੈਦੀ ਦੇ ਲਈ ਘੱਟੋ ਘੱਟ ਇੱਕ ਕਾਂਸਟੇਬਲ ਹੋਵੇਗਾ ਅਤੇ ਹਰੇਕ 10 ਕਾਂਸਟੇਬਲਾਂ ਦੇ ਨਾਲ ਇੱਕ ਹੈੱਡ ਕਾਂਸਟੇਬਲ ਅਤੇ ਹਰ 20 ਕਾਂਸਟੇਬਲਾਂ ਦੇ ਨਾਲ ਇੱਕ ਸਬ ਇੰਸਪੈਕਟਰ ਤੈਨਾਤ ਕੀਤਾ ਜਾਵੇਗਾ ਅਤੇ ਜੇਕਰ ਕੈਦੀ ਸਿਰਫ ਇੱਕ ਹੀ ਹੈ ਤਾਂ ਘੱਟੋ ਘੱਟ 2 ਕਾਂਸਟੇਬਲ ਲਗਾਏ ਜਾਣਗੇ।